ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਦੋਹਰਾ ਕਹਿ ਲਖਮੀਰ ਸਮੀਰ ਕਾ ਜੈ ਕਰਹਾ ਨਾ ਖਾਨੇ ਖਣ ਅਵਨੀ ਮੈਂ ਗਾੜ ਦੇਹ ਨੈ ਸਕੈ ਪਛਾਨੇ ਅਤ ਕਰ ਰਹਿ ਪ੍ਰਸੰਨ ਹੈ ਇਤ ਪੀਰ ਨ ਕੋਪੈ ਆਸਾ ਮਸਲਤ ਕਰ ਪਰਸਪਾਰ ਚਾਹਤ ਇਸ ਲੋਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਨੇ ਰਹਿ ਰਹੇ ਹਨ। ਇਹਨਾਂ ਦਿਨਾਂ ਵਿੱਚ ਲਖਮੀਰ ਸ਼ਮੀਰ ਤਖਤ ਮੱਲ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ। ਸ਼ਮੀਰ ਨੇ ਬੜਾ ਪਿਆਰ ਦਿੱਤਾ, ਬੜੇ ਪਿਆਰ ਦੇ ਨਾਲ ਜਲ ਪਾਣੀ ਛਕਾਇਆ, ਕਈ ਦਿਨ ਰੱਖਿਆ। ਸਤਿਗੁਰੂ ਪਾਤਸ਼ਾਹ ਖੁਸ਼ੀ ਦੇ ਘਰ ਆਏ ਅਤੇ ਇਹਨਾਂ ਨੂੰ ਬਖਸ਼ਾਂ ਕਰਨੀਆਂ ਚਾਹੀਆਂ। ਤਾਂ ਇੱਕ ਦਿਨ ਖੁਸ਼ੀ ਦੇ ਘਰ ਆ ਕੇ ਪਾਤਸ਼ਾਹ ਕਹਿੰਦੇ ਸ਼ਮੀਰ ਐਦਾਂ ਕਰ, ਘੋੜਾ ਫੇਰ ਲਾ ਧਰਤੀ 'ਤੇ, ਜਿੱਥੋਂ ਤੱਕ ਸ਼ਾਮ ਤੱਕ ਫਿਰਦਾ ਹੈ ਉੱਥੋਂ ਤੱਕ ਤੁਹਾਡਾ ਰਾਜ ਹੋਵੇਗਾ। ਪਰ ਘਰ ਜਾ ਕੇ ਨੇ ਪਰਿਵਾਰ ਨੂੰ ਦੱਸਿਆ ਇਹਦਾ ਮਾਮਾ ਆਇਆ ਹੋਇਆ ਸੀ, ਜੈਤੋ ਤੋਂ ਦੀਨੇ ਗਿਆ ਹੋਇਆ ਸੀ। ਉਹ ਕਹਿੰਦਾ ਇਹ ਆਪ ਦਾ ਤਾਂ ਉਜਾੜ ਕੇ ਆ ਗਿਆ, ਤੈਨੂੰ ਕਿੱਥੋਂ ਦੇ ਦੂਗਾ। ਐਵੇਂ ਉਹ ਮੂੰਹ ਆਇਆ ਬੋਲੀ ਜਾਂਦਾ ਹੈ, ਛੱਡੋ ਖਹਿੜਾ। ਉਹ ਸਰਬਰੀਆਂ ਦਾ ਚੇਲਾ ਸੀ ਅਸਲ ਵਿੱਚ, ਉਹਨੂੰ ਗੁਰਸਿੱਖੀ ਚੰਗੀ ਨਹੀਂ ਸੀ ਲੱਗਦੀ। ਜੇ ਬਾਹਲਾ ਕਰਦਾ ਤੇ ਆਪਣੇ ਪਿੰਡ ਦੇ ਦੁਆਲੇ ਘੋੜਾ ਘੁਮਾ ਕੇ ਕਹਿ ਦੇਗੀ ਘੁਮਾ ਲਿਆ। ਉਹਦੇ ਆਖੇ ਲੱਗ ਕੇ ਉਹਨੇ ਉਹਨਾਂ ਕੰਮ ਕਰ ਲਿਆ, ਪਿੰਡ ਦੇ ਦੁਆਲੇ ਘੋੜਾ ਘੁਮਾ ਲਿਆ। ਗੁਰੂ ਸਾਹਿਬ ਜਾਨੀ ਜਾਨ ਸਮਝ ਗਏ ਇਹਨਾਂ ਦੇ ਭਾਗਾਂ ਵਿੱਚ ਰਾਜ ਭਾਗ ਨਹੀਂ ਸੀ। ਜੇ ਅੱਜ ਇਹ 12 ਘੰਟਿਆਂ ਸੁਬਾਹ ਤੋਂ ਸ਼ਾਮ ਤੱਕ ਜਿੱਥੋਂ ਤੱਕ ਘੋੜਾ ਫੇਰ ਲੈਂਦਾ ਭਜਾ ਕਰਕੇ ਉਹਨਾਂ ਇਹਨੂੰ ਰਾਜ ਮਿਲ ਜਾਣਾ ਸੀ। ਪਰ ਚਲੋ ਬਿਨ ਭਾਗਾਂ ਕਿਛ ਪਾਈਆ ਨਹੀਂ। ਕਈ ਦਿਨਾਂ ਦੇ ਬਾਅਦ ਇੱਕ ਦਿਨ ਪਾਤਸ਼ਾਹ ਜੀ ਨੇ ਆਪਣੇ ਬਚੇ ਹੋਏ ਪ੍ਰਸ਼ਾਦ ਵਿੱਚੋਂ ਸਲਾਹ ਬਣਾਈ ਵੀ ਇਹਨਾਂ 'ਤੇ ਬਖਸ਼ਿਸ਼ ਤਾਂ ਕਰਨੀ ਹੈ, ਇਹਨਾਂ ਨੇ ਬੜੀ ਸੇਵਾ ਕੀਤੀ ਹੈ, ਸੇਵਾ ਦਾ ਫਲ ਦੇਣਾ। ਕਿਉਂਕਿ ਗੁਰੂ ਦਾ ਸੁਭਾਅ ਹੈ ਕਿਸੇ ਦੀ ਸੇਵਾ ਦਾ ਫਲ ਰੱਖਦਾ ਨਹੀਂ। ਇੱਕ ਤਿਲ ਨਹੀਂ ਭੰਨੈ ਘਾਲੇ, ਤਿਲ ਜਿੰਨੀ ਵੀ ਕੋਈ ਸੇਵਾ ਕਰਦਾ ਉਹਦੀ ਵੀ ਵਾਪਸੀ ਦਿੰਦਾ ਸਤਿਗੁਰੂ। ਅਤੇ ਸਤਿਗੁਰਾਂ ਨੇ ਇੱਕ ਦਿਨ ਸਲਾਹ ਬਣਾਈ, ਇਹਨੇ ਵੀ ਭਾਵਨਾ ਕੀਤੀ ਵੀ ਜੇ ਅੱਜ ਗੁਰੂ ਸਾਹਿਬ ਪ੍ਰਸ਼ਾਦਾ ਛਕਦੇ ਹੋਏ ਮੈਨੂੰ ਕੁਝ ਪ੍ਰਸ਼ਾਦ ਰੂਪ 'ਚ ਸੀਤ ਪ੍ਰਸ਼ਾਦ ਆਪਣੇ ਥਾਲੀ 'ਚੋਂ ਦੇ ਦੇਣ ਤਾਂ ਆਨੰਦ ਹੀ ਆ ਜੇ। ਅਤੇ ਗੁਰੂ ਸਾਹਿਬ ਨੇ ਵੀ ਸੁਣ ਲਿਆ।
ਔਰ ਇਸ ਨੂੰ ਪ੍ਰਸ਼ਾਦਾ ਛਕਦੇ ਛਕਦੇ ਛੱਡ ਕੇ ਥਾਲ ਕਹਿੰਦੇ ਐਂ ਕਰ ਸ਼ਮੀਰ ਇੱਥੇ ਬਹਿ ਕੇ ਖਾ ਲਾ, ਇਹ ਤੈਨੂੰ ਦਿੱਤਾ। ਉਹਦੇ ਮਨ ਵਿੱਚ ਫਿਰ ਪਰਿਵਾਰ ਦਾ ਖਿਆਲ ਆ ਗਿਆ, ਕਹਿੰਦਾ ਜੀ ਘਰੇ ਲੈ ਜਾ, ਸਾਰੇ ਰਲ ਕੇ ਖਾ ਲਾਂਗੇ। ਜਦ ਘਰ ਲੈ ਗਿਆ ਤੇ ਗਾਂ ਉਹਦਾ ਮਾਮਾ ਘਰੇ ਹੀ ਸੀਗਾ। ਸਾਰਿਆਂ ਨੂੰ ਦੱਸਿਆ ਗੁਰੂ ਸਾਹਿਬ ਨੇ ਅੱਜ ਪ੍ਰਸ਼ਾਦ ਦਿੱਤਾ, ਆਪਾਂ ਸਾਰੇ ਭੋਰਾ ਭੋਰਾ ਖਾ ਲਈਏ, ਗੁਰੂ ਦੀ ਕਿਰਪਾ ਹੋ ਜਾਣੀ ਆ। ਪਰ ਮਾਮਾ ਕਹਿੰਦਾ ਹੋਈ ਆਪਾਂ ਤਾਂ ਹਲਾਲ ਖਾਣ ਵਾਲੇ, ਇਹ ਤਾਂ ਝਟਕਾ ਹੈ। ਕਹੋ ਸਤਨਾਮ। ਵਿੱਚ ਉਹਦੇ ਪ੍ਰਸ਼ਾਦ ਵੀ ਬਣਿਆ, ਚਲੋ ਮਾਸ ਵੀ ਬਣਿਆ ਹੁਣ ਛਕਦੇ ਹੀ ਸਿੰਘ, ਕਿਉਂਕਿ ਜੰਗਾਂ ਦੇ ਵਾਸਤੇ ਸਰੀਰ ਦੀ ਲੋੜ ਹੈ, ਸਰੀਰ ਦੇ ਵਾਸਤੇ ਖੁਰਾਕ ਦੀ ਲੋੜ ਹੈ, ਕੋਈ ਅਤਕਥਨੀ ਨਹੀਂ ਹੈ। ਤਾਂ ਉਸ ਦੇ ਮਾਮੇ ਨੇ ਉਹਨਾਂ ਨੂੰ ਛਕਣ ਤੋਂ ਰੋਕ ਦਿੱਤਾ। ਕਹਿਣ ਲੱਗਿਆ ਵੀ ਜੇ ਆਪਾਂ ਇਹ ਛਕ ਲਿਆ ਤੇ ਆਪਣੇ ਪੀਰ ਗੁੱਸੇ ਹੋ ਜਾਣਗੇ। ਹੁਣ ਪੀਰਾਂ ਨੂੰ ਵੀ ਰਾਜੀ ਰੱਖਣਾ ਤੇ ਗੁਰੂ ਨੂੰ ਵੀ ਪਤਾ ਨਾ ਲੱਗੇ, ਐਦਾਂ ਕਰ ਤੂੰ ਧਰਤੀ 'ਚ ਨੱਪ ਦੇ। ਤੇ ਉਹ ਥਾਲ ਵਾਲਾ ਸਾਰਾ ਭੋਜਨ, ਦਾਲ ਪਾਣੀ, ਪ੍ਰਸ਼ਾਦਾ ਉਹਨੇ ਧਰਤੀ ਵਿੱਚ ਨਪਾ ਦਿੱਤਾ। ਨਾ ਤਾਂ ਗੁਰੂ ਨੂੰ ਪਤਾ ਲੱਗਣਾ, ਨਾਲੇ ਉਹ ਖੁਸ਼ ਵੀ ਛਕ ਲਿਆ ਹੋਣਾ, ਤੇ ਨਾਲੇ ਆਪਣੇ ਪੀਰ ਖੁਸ਼, ਆਪਾਂ ਖਾਂਦੇ ਨਹੀਂ। ਤੇ ਜਦ ਦੂਜੇ ਦਿਨ ਤੜਕੇ ਪਾਤਸ਼ਾਹ ਕੋਲ ਜਾਂਦਾ ਤੇ ਫਿਰ ਪਾਤਸ਼ਾਹ ਪੁੱਛਦੇ ਆ, ਪਾਤਸ਼ਾਹ ਤਾਂ ਵੈਸੇ ਜਾਣੀ ਜਾਣੀ ਆ, ਪਰ ਇਹ ਤੋਂ ਪੁੱਛਦੇ ਆ, ਇਹ ਵੀ ਸੱਚੀ ਸੱਚੀ ਦੱਸ ਦਿੰਦਾ। ਤੇ ਫਿਰ ਪਾਤਸ਼ਾਹ ਕੀ ਕਹਿੰਦੇ ਆ ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਹਿ ਲਖ ਮੀਰਾ ਸਮੀਰ ਕਾ, ਜੇ ਕਰਹੁ ਨਾ ਖਾਨੇ। ਜਿਸ ਵੇਲੇ ਉਹ ਢਕਿਆ ਹੋਇਆ ਥਾਲ ਪ੍ਰਸ਼ਾਦੇ ਦਾ, ਪ੍ਰਸ਼ਾਦ ਦਾ ਜੋ ਵੀ ਉਹਦੇ ਵਿੱਚ ਭੋਜਨ ਬਣਿਆ ਸੀ, ਘਰੇ ਲੈ ਗਿਆ ਤੇ ਜਾ ਕੇ ਕਹਿੰਦਾ ਲਖਮੀਰ, ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਮੈਨੂੰ ਪ੍ਰਸ਼ਾਦ ਦਿੱਤਾ, ਸੀਤ ਪ੍ਰਸ਼ਾਦ ਆਪਣਾ ਭੋਜਨ ਥਾਲ 'ਚੋਂ, ਇਹ ਆਪਾਂ ਬੁਰਕੀ ਬੁਰਕੀ ਸਾਰੇ ਖਾ ਲਈਏ, ਸਭ ਤੇ ਕਿਰਪਾ ਹੋ ਜੂਗੀ। ਤਾਂ ਅਮਣੀ ਮਹਿਗਾੜ ਦੇਹੋ ਨ ਸਕੈ ਪਛਾਨੇ। ਔਰ ਉਹਦਾ ਮਾਮਾ ਵੀ ਵਿੱਚੇ ਬੈਠਾ, ਜਿਹੜਾ ਸਰਵਰੀਏ ਪੀਰਾਂ ਨੂੰ ਮੰਨਦਾ ਹੈ, ਖੁੰਡੀ ਰੱਖਦੇ ਨੇ ਇਹ ਲੋਕ। ਤਾਂ ਇਹ ਵੇਖ ਕਰਕੇ ਕਹਿਣ ਲੱਗਿਆ ਉਹ ਇਹਦੇ ਵਿੱਚ ਤਾਂ ਝਟਕਾ ਬਣਿਆ ਹੋਇਆ ਇਹਨਾਂ ਦਾ, ਇਹ ਤਾਂ ਆਪਾਂ ਨੇ ਖਾਣਾ ਨਹੀਂ, ਆਪਾਂ ਤਾਂ ਹਲਾਲ ਖਾਂਦੇ ਹਾਂ। ਕਹੋ ਸਤਨਾਮ। ਇਸ ਕਰਕੇ ਆਪਾਂ ਨੇ ਇਹ ਨਹੀਂ ਖਾਣਾ, ਇਹਨੂੰ ਧਰਤੀ 'ਚ ਨੱਪ ਦਿਓ, ਤੁਸੀਂ ਵੀ ਨਾ ਖਾਇਓ, ਪੀਰ ਗੁੱਸੇ ਹੋ ਜਾਣਗੇ, ਕੰਗਾਲੀ ਆ ਜਾਊਗੀ। ਕਹਿਣ ਲੱਗਿਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੱਲ ਕਹਿੰਦਾ ਸੀ। ਆਪਾਂ ਖਾਂਦੇ ਨਹੀਂ, ਪੀਰ ਖੁਸ਼ ਰਹਿਣਗੇ, ਗੁਰੂ ਸਮਝੂਗਾ ਖਾ ਲਿਆ ਹੁਣ ਉਹ ਵੀ ਖੁਸ਼ ਰਹੇਗਾ, ਧਰਤੀ 'ਚ ਨੱਪ ਦਿਓ। ਔਰ ਇਸ ਤਰ੍ਹਾਂ ਸਲਾਹ ਕਰ ਲਈ ਹੈ। ਹੁਣ ਸ਼ਮੀਰ ਦਾ ਵਿਚਾਰੇ ਦਾ ਇਕੱਲੇ ਦਾ ਕੋਈ ਵਾਹ ਨਹੀਂ ਚੱਲੀ, ਤੇ ਇਹਦਾ ਮਾਮਾ ਜਿਹੜਾ ਘਰ ਦੇ ਵਿੱਚ ਉਧਰ ਕਰਦਾ ਹੈ। ਅਖੀਰ ਇਹਨਾਂ ਨੇ ਸਲਾਹ ਕਰਕੇ ਬਸ ਮੈਂ ਚਲਿਆ ਸਮੀਰ ਕਾ, ਮਾਤਲ ਵੱਡ ਖੋਟਾ। ਇਹਨਾਂ ਦਾ ਮਾਮਾ ਦਿਲ ਦਾ ਬੜਾ ਖੋਟਾ ਸੀ, ਗੁਰਸਿੱਖੀ ਨੂੰ ਪਿਆਰ ਨਹੀਂ ਸੀ ਕਰਦਾ। ਮਹਾਪ੍ਰਸਾਦ ਨਾ ਅਚਨ ਦੇ ਹੈ ਬੜ ਕੀਨ ਸਟੋਟਾ। ਗੁਰੂ ਕਾ ਬਖਸ਼ਿਆ ਸੀਤ ਪ੍ਰਸ਼ਾਦ ਉਹਨਾਂ ਨੂੰ ਛਕਣ ਨਹੀਂ ਦਿੱਤਾ, ਬਹੁਤ ਘਾਟਾ ਪਾ ਦਿੱਤਾ। ਮਾਨੋ ਔਰ ਧਰਤੀ 'ਚ ਟੋਹਾ ਪੱਟ ਕੇ ਇਹਨਾਂ ਨੇ ਉਹ ਭੋਜਨ ਵਾਲਾ ਥਾਲ ਜਿਹੜਾ ਵਿੱਚ ਮਧਾ ਕਰਕੇ ਨੱਪ ਦਿੱਤਾ ਸਾਰਾ। ਪਰਾ ਲਬਦ ਪਹਿਲੇ ਰਚੀ ਪਾਛੈ ਰਚਿਓ ਸਰੀਰ। ਕਬੀਰ ਸਾਹਿਬ ਜੀ ਕਹਿੰਦੇ ਆ, ਤੁਲਸੀਦਾਸ ਕਹਿੰਦੇ ਆ, ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਮਾਂ ਕੋਲੇ ਦੁੱਧ ਆ ਜਾਂਦਾ ਹੈ। ਪਰਮੇਸ਼ਰ ਨੇ ਸਭ ਨੂੰ ਜੋ ਦੇਣਾ ਉਹਦੇ ਭਾਗਾਂ ਵਿੱਚ ਪਹਿਲਾਂ ਹੀ ਜੋ ਕੁਛ ਪਾਇਆ ਸੋ ਏਕਾ ਵਾਰ। ਸਾਰੀ ਲਿਸਟ ਬਣਾ ਕੇ ਸਾਡੀ ਮੈਮਰੀ ਵਿੱਚ, ਸੁਰਤ ਵਿੱਚ, ਸਾਡੇ ਸਰੀਰ ਵਿੱਚ ਰੱਖ ਦਿੱਤੀ ਹੈ ਕਿ ਜ਼ਿੰਦਗੀ ਵਿੱਚ ਇਹਨੂੰ ਕੀ ਕੁਝ ਦੇਣਾ ਆਪਾਂ। ਉਹ ਲਿਸਟ ਸਾਡੇ ਵਿੱਚ ਹੀ ਰੱਖੀ ਹੋਈ ਹੈ। ਡਾਕਟਰਾਂ ਨੂੰ ਹੁਣ ਮੈਮਰੀ ਲੰਘ ਗਈ ਹੈ ਉਹ ਵੀ ਮਾਸ ਦੀ, ਸਾਡੇ ਦਿਮਾਗ ਦੇ ਵਿੱਚ ਹੀ ਆ। ਡਾਕਟਰਾਂ ਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਵੀ ਪਿਆ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਸੈਂਸ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ। ਗੁਰੂ ਸਾਹਿਬ ਤਾਂ ਹਜ਼ਾਰਾਂ ਸਾਲ ਪਹਿਲਾਂ ਲਿਖ ਗਏ, ਬਾਣੀ ਦੇ ਵਿੱਚ 500 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪਿਆ ਸਾਰੀਆਂ ਵਿਚਾਰਾਂ। ਇਸ ਕਰਕੇ ਗੁਰੂ ਪਿਆਰਿਓ, ਪਾਤਸ਼ਾਹ ਜੀ ਨੇ ਸੋਚਿਆ ਜਦੋਂ ਸਪਤ ਹੋਏ ਕਰ ਜਾਮਣੀ ਉਠ ਆਏ ਪ੍ਰਭਾਤੇ। ਰਾਤ ਬਤੀਤ ਕੀਤੀ ਹੈ, ਦੂਜਾ ਦਿਨ ਚੜਿਆ, ਉੱਠ ਕੇ ਸਤਿਗੁਰਾਂ ਦੇ ਕੋਲ ਆਇਆ ਹੈ ਜੀ। ਜੋਰ ਬੰਧਨ ਕਰੇ ਤਰ ਕਦ ਜਿਸ ਛਾਤੇ।
ਹੁਣ ਦਿਲ ਧੜਕ ਰਿਹਾ ਵੀ ਗੁਰੂ ਸਾਹਿਬ ਪੁੱਛਣਗੇ ਤੇ ਮੈਂ ਕੀ ਜਵਾਬ ਦੇਵਾਂ, ਪਰ ਆ ਕੇ ਮੱਥਾ ਟੇਕਦਾ ਸ੍ਰੀ ਮੁਖ ਤੇ ਭੋਜਨ ਕਰਿਓ ਲੈ ਮਹਾਪ੍ਰਸਾਦਾ। ਹਾਂ ਬਈ ਸ਼ਮੀਰ, ਰਾਤ ਤੈਨੂੰ ਪ੍ਰਸ਼ਾਦ ਦਿੱਤਾ ਛਕਣ ਵਾਸਤੇ, ਥਾਲ ਭੋਜਨ ਵਾਲਾ। ਆਚਵਨਾ ਕਰਿਓ ਕਿ ਨਾਹੀ ਤੈ ਦਾਨੀ ਅਹਲਾਦਾ। ਓਏ ਉਹ ਦਾਤ ਦਿੱਤੀ ਸੀ ਤੈਨੂੰ, ਤੁਸੀਂ ਖਾਧਾ ਹੈ ਕਿ ਨਹੀਂ ਖਾਧਾ? ਸ਼ਮੀਰ ਬਿਨ ਤੀਰ ਹਵੈ ਗੁਰ ਤੀਰ ਉਚਾਰੇ। ਸ਼ਮੀਰ ਕਹਿਣ ਲੱਗਿਆ ਜੀ ਸੱਚੀ ਗੱਲ ਸੁਣ ਲੋ, ਜੈ ਤੋ ਕਾਮਾ ਤੁਲ ਅਹੈ ਤਨ ਸਾਵਾ ਹਟਕਾਰੇ। ਉਹ ਸਾਡੇ ਘਰੇ ਮੇਰਾ ਮਾਮਾ ਆਇਆ ਹੋਇਆ ਜੈਤੋ ਤੋਂ, ਔਰ ਉਸ ਨੇ ਸਾਨੂੰ ਉਹ ਭੋਜਨ ਖਾਣ ਨਹੀਂ ਦਿੱਤਾ ਜੀ। ਝਟਕਾ ਸਕਲਾ ਰਿਸ ਪੀਰ ਉਪਾਵੈ। ਔਰ ਇਹ ਕਹਿ ਕੇ ਸਾਨੂੰ ਉਹਨੇ ਰੋਕ ਦਿੱਤਾ ਖਾਣ ਤੋਂ, ਕਹਿੰਦੇ ਇਸ ਭੋਜਨ ਵਿੱਚ ਤਾਂ ਝਟਕਾ, ਕਿਉਂਕਿ ਸਿੱਖ ਤਾਂ ਝਟਕਾ ਖਾਂਦੇ ਐ, ਤਾਂ ਸਿੰਘਾਂ ਦਾ ਝਟਕਾ ਬਣਿਆ ਹੋਇਆ ਲੱਗਦਾ, ਇਸ ਕਰਕੇ ਆਪਾਂ ਇਹ ਨਹੀਂ ਖਾਣਾ। ਸਾਧਨ ਵਿਖਾ ਤਨ ਧਾਨ ਗਣ ਜਤ ਮਾਲ ਖਪਾਵੈ। ਆਪਾਂ ਤਾਂ ਹਲਾਲ ਦਾ ਖਾਂਦੇ ਆ, ਇਹ ਆਪਦੇ ਮੁਸਲਮਾਨੀ ਮੰਤਰ ਪੜ੍ਹ ਕੇ ਬਣਾਉਂਦੇ ਹੋਣਗੇ। ਕਹਿੰਦਾ ਆਪਾਂ ਤਾਂ ਹਲਾਲ ਦਾ ਖਾਂਦੇ ਆ, ਆਪਾਂ ਇਹ ਨਹੀਂ ਖਾਣਾਗਾ। ਜੇ ਆਪਾਂ ਇਹ ਖਾ ਲਿਆ ਪੀਰ ਗੁੱਸੇ ਹੋ ਜਾਣਗੇ। ਘਰ ਵਿੱਚ ਧਨ ਮਾਲ, ਭਾਵ ਮਾਲ ਹੁੰਦਾ ਡੰਗਰ ਪਸ਼ੂ ਆਦਿ, ਧਨ ਹੁੰਦਾ ਪੈਸਾ, ਕਹਿੰਦੀ ਆਪਣੇ ਘਰੋਂ ਸਭ ਕੁਝ ਖਤਮ ਹੋ ਜਾਵੇਗਾ। ਪ੍ਰਸਾਦ ਕੋ ਵਿੱਚ ਤਰਾ ਦਬਾਇਓ। ਮਹਾਰਾਜ ਜੀ ਉਸ ਜੈਤ ਵਾਲੇ ਮਾਮੇ ਨੇ ਨਾ ਉਹ ਸਾਰਾ ਭੋਜਨ ਜਿਹੜਾ ਧਰਤੀ ਵਿੱਚ ਦਬਾ ਦਿੱਤਾ ਹੈ ਜੀ। ਜਾਨਹੁ ਪ੍ਰਭੂ ਮੈਂ ਸਾਚ ਉਲਾਇਓ। ਮਹਾਰਾਜ ਸੱਚ ਕਹਿਣਾ ਕਿ ਅਸੀਂ ਖਾ ਨਹੀਂ ਸਕੇ ਉਹ ਵੀ, ਔਰ ਮੈਂ ਤੁਹਾਡੇ ਬਿਨਾ ਪੁੱਛੇ ਤੋਂ ਸੱਚੀ ਗੱਲ ਦੱਸੀ ਆ। ਸੁਣ ਸਤਿਗੁਰ ਬੋਲੇ ਤਵੈ ਧਰਨੀ ਬਰਸਾਈ। ਚੱਲ ਕੋਈ ਨਹੀਂ, ਧਰਤੀ ਤਾਂ ਫਿਰ ਬਖਸ਼ਿਸ਼ ਮਿਲ ਗਈ। ਇਸ ਧਰਤੀ ਦੇ ਵਿੱਚੋਂ ਹੁਣ ਦਾਤਾਂ ਹੋਣਗੀਆਂ। ਉਹ ਦਾਤਾਂ ਤੈਨੂੰ ਦਿੱਤੀਆਂ ਸੀ, ਜੇ ਤੂੰ ਖਾ ਲੈਂਦਾ ਤੇਰੇ ਘਰ ਵਿੱਚ ਦਾਤਾਂ ਆਉਣੀਆਂ ਸੀ, ਪਰ ਹੁਣ ਇਹ ਧਰਤੀ ਵਰਸਾਈ ਗਈ। ਸਾਡਾ ਸ਼ੀਤ ਪ੍ਰਸ਼ਾਦ ਇਹ ਧਰਤੀ ਨੂੰ ਮਿਲ ਗਿਆ। ਧਰਤੀ ਦੇ ਵਿੱਚ ਅੰਨ ਪਾਣੀ ਦਾਣਾ ਬਹੁਤ ਹੋਵੇਗਾ। ਜਿਵੇਂ ਇੱਥੇ ਵੀ ਪਾਤਸ਼ਾਹ ਨੇ ਕਿਲੇ 'ਚ ਆ ਕੇ ਬਖਸ਼ਾਂ ਕੀਤੀਆਂ। ਕਿਲੇ ਦੀ ਸੰਗਤ ਨੇ ਕਿਹਾ ਮਹਾਰਾਜ ਸਾਡੇ ਕਾਲ ਪੈ ਜਾਂਦਾ, ਲੰਮਾ ਸਮਾਂ ਮੀਂਹ ਨਹੀਂ ਪੈਂਦਾ, ਫਸਲਾਂ ਨਹੀਂ ਹੁੰਦੀਆਂ, ਅਸੀਂ ਮੀਂਹ ਤੇ ਹੋਣ ਵਾਲੀ ਫਸਲ ਹੀ ਖਾਂਦੇ ਹਾਂ, ਮੋਠ ਬਾਜਰੀ ਆਦਿ। ਕਿੰਨਾ ਕਿੰਨਾ ਚਿਰ ਕਾਲ ਪੈਂਦਾ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਹੁਣ ਇੱਥੇ ਕਾਲ ਨਹੀਂ ਪਊਗਾ। ਤੁਸੀਂ ਕਣਕਾਂ ਦੀ ਗੱਲ ਕਰਦੇ ਹੋ, ਇੱਥੇ ਤਾਂ ਫਲ ਫਰੂਟ ਵੀ ਹੋਇਆ ਕਰਨਗੇ। ਤੇ ਵਾਕਿਆ ਅੱਜ ਇਸ ਇਲਾਕੇ ਦੇ ਵਿੱਚ ਦੂਰ ਤਾਂ ਗੁਰੂ ਪਿਆਰੋ ਫਲਾਂ ਦੇ ਬਾਗ ਲੱਗੇ ਹੋਏ ਆ, ਅਮਰੂਦਾਂ ਦੇ, ਕਿਨੂਆਂ ਦੇ, ਅਨੇਕਾਂ ਤਰ੍ਹਾਂ ਦੇ। ਤੋ ਇਸ ਕਰਕੇ ਗੁਰੂ ਸਾਹਿਬ ਦੀ ਇਹ ਬਖਸ਼ਿਸ਼ ਹੈ। ਪਤਾ ਨਹੀਂ ਸਤਿਗੁਰੂ ਕੀ ਰਮਜ ਮਾਰਦਾ ਤੇ ਕੀ ਦਾਤ ਦੇ ਦੇਵੇ। ਕਈ ਵਾਰੀ ਬੰਦਾ ਭਰਮ ਜਾਂਦਾ ਹੈ। ਇਹ ਭਰਮ ਗਏ। ਪਾਤਸ਼ਾਹ ਕਹਿੰਦੇ ਚਲੋ ਧਰਤੀ ਦੇ ਵਿੱਚ ਦਾਤਾਂ ਚਲੀਆਂ ਗਈਆਂ ਸਾਰੀਆਂ, ਤੁਮ ਕੋ ਨਹਿ ਪ੍ਰਾਪਤ ਭਈ ਤਨ ਮੂਡ ਗਵਾਈ। ਪਰ ਤੁਸੀਂ ਮੂਰਖਤਾ ਕਰਕੇ ਇਹ ਵੀ ਜਿਹੜਾ ਬਚਨ ਸੀ ਸਾਡਾ ਸਮਝਿਆ ਨਹੀਂ, ਮੰਨਿਆ ਨਹੀਂ, ਮੂਰਖਤਾ ਕਰਕੇ ਗਵਾ ਲਿਆ। ਅਦਵਾ ਨਕੀਨੋ ਅੰਨ ਕੋ ਤੁਮ ਬੁਰਾ ਕਮਾਇਓ। ਤੁਸੀਂ ਸਤਿਕਾਰ ਨਹੀਂ ਕੀਤਾ ਭੋਜਨ ਦਾ, ਬਹੁਤ ਮਾੜੀ ਗੱਲ ਕੀਤੀ। ਤਵਾ ਪਰਾਦਰ ਪੈਸਾ ਬਹੁਜੇ ਅਦਵਾ ਗਵਾਇਓ। ਔਰ ਜਦੋਂ ਕੋਈ ਅਨਾਜ ਦਾ ਸਤਿਕਾਰ ਨਾ ਕਰੇ ਤੇ ਫਿਰ ਉੱਥੇ ਦੁਰ ਪਿੱਛ ਕਾਲ ਪੈਂਦੇ ਹਨ। ਭਦਰ ਸੈਨ ਨਿਰਪਾ ਪ੍ਰਥਮ ਪਾਤਨ ਕਹਿ ਅਪਮਾਨਾ। ਭਦਰ ਸੈਨ ਕੋਈ ਪਹਿਲਾਂ ਰਾਜਾ ਹੋਇਆ, ਪਾਤਸ਼ਾਹ ਕਹਿੰਦੇ ਉਹਨੇ ਵੀ ਅਨਾਜ ਦਾ ਅਪਮਾਨ ਕੀਤਾ ਸੀ। ਉਜਰ ਗਿਆ ਇਹ ਦੇਸ ਸਭ ਜੰਗਲ ਅਵਜਾਨਾ। ਔਰ ਇਸ ਤਰ੍ਹਾਂ ਉਸ ਦਾ ਦੇਸ਼ ਉਜੜ ਗਿਆ ਸੀ ਤੇ ਜੰਗਲ ਬਣ ਗਿਆ। ਸ਼ਾਇਦ ਭੱਦਰ ਸੈਨ ਰਾਜਾ ਇਸ ਭਾਰਤ ਵਰਸ਼ ਦਾ ਹੀ ਹੋਵੇ ਪੁਰਾਣਾ। ਉਸ ਨੇ ਭੋਜਨ ਦਾ ਅਨਾਦਰ ਕੀਤਾ ਸੀ ਤੇ ਇਹ ਸਾਰਾ ਇਲਾਕਾ ਜੰਗਲ ਬਣ ਗਿਆ। ਇੱਥੇ ਫਿਰ ਕਾਲ ਪੈਣ ਲੱਗੇ, ਦੁਰਭਿੱਛ ਕਹਿੰਦੇ ਅਕਾਲ ਨੂੰ। ਫਿਰ ਕਾਲ ਪੈਣ ਲੱਗ ਪਏ। ਚਲਤ ਹੋਤੀ ਦਵੈ ਨਦੀ ਤਉ ਪਾਟਲੀ ਸਭ ਚਿਤਰਾ। ਔਰ ਦੋ ਨਦੀਆਂ ਉਸ ਵੇਲੇ ਚੱਲਦੀਆਂ ਹੁੰਦੀਆਂ ਸਨ, ਇੱਕ ਭਟਲੀ, ਇੱਕ ਸ਼ੁਭ ਚਿਤਰਾ। ਹਟੀ ਅਵਗਿਆ ਦੇਖ ਕੇ ਥਲ ਪਾਪ ਬਿਤਰਾ। ਔਰ ਪਾਣੀ ਵਾਲੀਆਂ ਨਦੀਆਂ ਵੀ ਇੱਥੋਂ ਸੁੱਕ ਗਈਆਂ। ਉਸ ਰਾਜੇ ਨੇ ਅਨਾਜ ਦੀ ਬੇਅਦਬੀ ਕੀਤੀ, ਸਤਿਕਾਰ ਨਹੀਂ ਕੀਤਾ। ਮਹਾਂਪੁਰਸ਼ ਕਹਿੰਦੇ ਆ ਵੀ ਭੋਜਨ ਥਾਲੀ ਵੀ ਜਿੰਨਾ ਪਾ ਲਿਆ ਉਹਨੂੰ ਖਾ ਲਓ, ਝੂਠ ਨਹੀਂ ਛੱਡਣੀ ਚਾਹੀਦੀ। ਵਿੱਚ ਓਨਾ ਲਓ ਜਿੰਨਾ ਲੋੜ ਹੈ, ਤੇ ਜਿਹੜਾ ਲੈ ਲਿਆ ਫਿਰ ਉਸ ਨੂੰ ਛੱਡੋ ਨਾ। ਉਹ ਭੋਜਨ ਦਾ ਸਤਿਕਾਰ ਹੈ। ਕਹਿਣ ਲੱਗੇ ਜਿਸ ਘਰ ਦੇ ਵਿੱਚ ਭੋਜਨ ਦਾ ਸਤਿਕਾਰ ਨਹੀਂ ਹੁੰਦਾ ਉੱਥੇ ਕਾਲ ਪੈ ਜਾਂਦਾ, ਭਾਵ ਗਰੀਬੀ ਆ ਜਾਂਦੀ ਆ।
ਦੋ ਨਦੀਆਂ ਵਗਦੀਆਂ ਸਨ, ਉਹ ਵੀ ਬੰਦ ਹੋ ਗਈਆਂ। ਹਮਰੇ ਸੀਤ ਪ੍ਰਸਾਦ ਨੇ ਰੋਕਿਓ ਇਹ ਥਾਨਾ। ਸਾਡੇ ਸੀਤ ਪ੍ਰਸਾਦ ਨੇ ਇਹ ਥਾਂ ਜਿਹੜਾ ਹੈ ਬਚਾ ਲਿਆ ਹੈ। ਤਮਰਈਤ ਹੋਏ ਬਸੋ ਕੇ ਹਮਨੇ ਸਭ ਜਾਨਾ। ਔਰ ਮੈਂ ਤਾਂ ਤੁਹਾਨੂੰ ਰਾਜੇ ਬਣਾਉਣ ਲੱਗਿਆ ਸੀ, ਦਾਤੇ ਦਾਨੀ ਬਣਾਉਣ ਲੱਗਿਆ ਸੀ, ਪਰ ਤੁਸੀਂ ਹੁਣ ਪਰਜਾ ਬਣ ਕੇ ਵਸੋਗੇ ਇੱਥੇ। ਆਪਣੀ ਜੰਗਲ ਦੇਸ ਕੀ ਬਹੁ ਅੰਨ ਉਪਾਵੈ। ਦੀਨਾ ਕਾਂਗੜ ਉਧਰ ਲੁਧਿਆਣੇ ਕੰਨੀ ਰਹਿ ਗਿਆ, ਰਾਏਕੋਟ ਕੰਨੀ ਰਹਿ ਗਿਆ, ਤੇ ਜੰਗਲ ਦਾ ਇਲਾਕਾ ਸਾਡਾ ਇਲਾਕਾ ਸੀਗਾ। ਇਹ ਬਠਿੰਡਾ ਜਿਹਨੂੰ ਅਸੀਂ ਅੱਜ ਕਹਿੰਦੇ ਆ, ਸਾਰਾ ਜੰਗਲ ਸੀਗਾ। ਕਹਿੰਦੇ ਇਸ ਧਰਤੀ ਨੇ ਕਹਿਣ ਲੱਗੇ ਅਵਨੀ ਜੰਗਲ ਦੇਸ਼ ਕੀ ਬੋ ਅੰਨ ਉਪਾਵੇ, ਤੁਸੀਂ ਤਾਂ ਹੁਣ ਰਈਅਤ ਪਰਜਾ ਬਣ ਕੇ ਵਸੋਗੇ। ਸਾਨੂੰ ਸਮਝ ਆ ਗਈ ਹੈ, ਪਰ ਜੰਗਲ ਦੇ ਇਲਾਕੇ ਵਿੱਚ ਅੰਨ ਬਹੁਤ ਹੋਵੇਗਾ। ਆਪਣੀ ਜੰਗਲ ਦੇਸ਼ ਕੀ ਬਹੁ ਅੰਨ ਉਪਾਵੈ। ਜੰਗਲ ਦੇਸ਼ ਦੀ ਧਰਤੀ ਜਿਹੜੀ ਹੈ ਬੜਾ ਅਨਾਜ ਪੈਦਾ ਕਰੇਗੀ। ਆਪਤੇ ਦੁਗਨੇ ਚੌਗਨੇ ਹਟ ਗੁਨੇ ਸਮਾਵੈ। ਹਾਂ, ਜੇ ਇਹ ਹਿਸਾਬ ਕਿਤਾਬ ਹੈ ਜਿਵੇਂ 40 ਮਣੀ ਝੜੀ ਆ ਕਿ 20 ਮਣੀ ਝੜੀ ਆ, ਤਾਂ ਪਾਤਸ਼ਾਹ ਕਹਿੰਦੇ ਹੁਣ ਫਸਲਾਂ ਵੀ ਇਸ ਲੰਗਲ ਦੇ ਇਲਾਕੇ ਵਿੱਚ ਦੁੱਗਣੀਆਂ ਚੌਗਣੀਆਂ 8 ਗੁਣੀਆਂ ਵੀ ਹੋਣਗੀਆਂ। ਹੋਏ ਹਮਾਰਾ ਮਾਲਵਾ ਜਿਤ ਕਿਤ ਵਿਦਤਾਵੈ। ਔਰ ਇਹ ਮਾਲਵਾ ਸਾਡਾ ਹੋਵੇਗਾ, ਦੁਨੀਆ ਦੇ ਵਿੱਚ ਮਸ਼ਹੂਰ ਹੋਵੇਗਾ। ਇੱਥੋਂ ਦੀ ਧਰਤੀ ਨੂੰ ਮੈਂ ਜਰਖੇਜ਼ ਕਰਦਾ। ਜਰਖੇਜ਼ ਦਾ ਮਤਲਬ ਤਾਕਤਵਰ। ਔਰ ਇਹਦੇ ਵਿੱਚੋਂ ਫਸਲਾਂ ਬਹੁਤ ਜ਼ਿਆਦਾ ਹੋਣਗੀਆਂ। ਵਾਕਿਆ ਹੀ ਹੁਣ ਬਾਗੜ ਦੇ ਵਿੱਚ ਵੀ ਧਰਤੀ ਐਸੀ ਨਹੀਂ ਹੈ, ਤੇ ਹੋਰ ਪਾਸਿਆਂ ਨੂੰ ਜਾਈਏ ਤੇ ਐਸੀ ਨਹੀਂ ਹੈ। ਇਹ ਮਾਲਵੇ ਦੀ ਧਰਤੀ ਜਿਹੜੀ ਹੈ ਤੇ ਬੜੀਆਂ ਬਖਸ਼ ਹੈ। ਹੁਣ ਕਈ ਥਾਵਾਂ ਤਾਂ ਸੇਮ ਆਈ ਹੋਈ ਹੈ, ਕਈ ਥਾਵਾਂ ਤੇ ਸਿੱਲ ਆਈ ਹੋਈ ਹੈ, ਉੱਥੇ ਵੀ ਫਸਲ ਨਹੀਂ ਵਧੀਆ ਹੁੰਦੀ। ਜਿੱਥੇ ਗੁਰੂ ਪਿਆਰੋ ਕਾਲ ਪੈਂਦਾ ਪਾਣੀ ਚੜ੍ਹਦਾ ਨਹੀਂ, ਉੱਥੇ ਵੀ ਫਸਲ ਨਹੀਂ ਹੁੰਦੀ। ਪਰ ਇਹ ਇਲਾਕਾ ਜਿਹੜਾ ਹੈ ਜੰਗਲ ਦਾ ਇਲਾਕਾ, ਜਿਹਨੂੰ ਪਾਤਸ਼ਾਹ ਨੇ ਮਾਲਵੇ ਦਾ ਨਾਮ ਦਿੱਤਾ ਹੈ, ਕਹਿੰਦੇ ਹੋਏ ਹਮਾਰਾ ਮਾਲਵਾ ਭਾਵ ਸਾਡਾ ਜੰਗਲ ਦਾ ਇਲਾਕਾ ਮਾਲੋ ਮਾਲ ਹੋਵੇਗਾ। ਔਰ ਜਿੱਤ ਕੇ ਤਾਂ ਦੁਨੀਆ ਵਿੱਚ ਮਸ਼ਹੂਰ ਹੋ ਜਾਵੇਗਾ। ਉਪਜੈ ਸਿੰਘ ਸਹੰਸਰ ਹੀ ਮਲਵਈ ਕਹਾਵੈ। ਔਰ ਇਸ ਮਾਲਵੇ ਦੇ ਵਿੱਚ ਸਿੰਘ ਵੀ ਬਹੁਤ ਪੈਦਾ ਹੋਣਗੇ ਸਾਡੇ, ਜਿਹੜੇ ਆਪਣੇ ਆਪ ਨੂੰ ਮਲਵਈ ਕਹਾਉਣਗੇ, ਦਿਲ ਦੇ ਸਾਫ਼ ਹੋਣਗੇ ਔਰ ਯੋਧੇ ਹੋਣਗੇ। ਸੁਣ ਹੈ ਸਿੱਖ ਸਮੀਰ ਪਾਉ ਚਾਹਤ ਹਮ ਦੀਨੋ। ਉਹ ਸ਼ਮੀਰ, ਮੈਂ ਚਾਹੁੰਦਾ ਸੀ ਤੈਨੂੰ ਕੁਝ ਦੇਣਾ, ਕਿਉਂਕਿ ਤੂੰ ਸਾਡੀ ਸੇਵਾ ਬਹੁਤ ਕੀਤੀ ਹੈ ਇੱਥੇ। ਪ੍ਰਥਮ ਰਾਜ ਤੇ ਸ਼ੋਸ਼ ਰਹਿ ਅਬ ਛੇਮ ਨ ਲੀਨੋ। ਪਹਿਲਾਂ ਤੈਨੂੰ ਰਾਜ ਦੇਣ ਲੱਗੇ, ਉਦੋਂ ਖਾਲੀ ਰਹਿ ਗਿਆ। ਹੁਣ ਤੈਨੂੰ ਬਖਸ਼ਿਸ਼ ਕੀਤੀ ਛੇਮ ਮੁਕਤੀ ਦੀ, ਉਹ ਵੀ ਨਾ ਪ੍ਰਪ ਕੀਤੀ। ਜੋ ਲੇਵੈ ਨ ਦੇਤ ਹੈ ਸੋ ਰੋਗ ਭੋਗੈ ਹੈ। ਜੇ ਮਹਾਪੁਰਸ਼ ਕੋਈ ਕਿਰਪਾ ਕਰੇ ਉਹਨੂੰ ਪ੍ਰਾਪਤ ਨਾ ਕਰੇ ਤੇ ਫਿਰ ਸਰੀਰ ਨੂੰ ਦੁੱਖ ਲੱਗਦੇ ਆ। ਕਹੋ ਸਤਨਾਮ। ਜੇ ਮਹਾਪੁਰਸ਼ ਦੇਣ ਉਹਨੂੰ ਪ੍ਰਾਪਤ ਨਾ ਕਰੇ ਸਤ ਵਚਨ ਕਰਕੇ, ਸਰੀਰ ਰੋਗੀ ਹੋ ਜਾਂਦਾ ਹੈ। ਆਪ ਕਸ਼ਟ ਕਾ ਕਸ਼ਟ ਲੈ ਪੁਨ ਬੰਸ ਲਗਾ ਹੈ। ਔਰ ਜਿਹਦੇ ਗੁਰੂ ਕਿਰਪਾ ਕਰ ਰਿਹਾ ਹੋਵੇ ਦਾਤ ਦੇਣ ਦੀ, ਅੱਗੋਂ ਦਾਤ ਸਤ ਵਚਨ ਕਹਿ ਕੇ ਲਵੇ ਨਾ, ਉਹ ਆਪ ਵੀ ਦੁਖੀ ਹੁੰਦਾ ਹੈ ਤੇ ਉਹਦੀ ਬੰਸ ਵਿੱਚ ਵੀ ਉਹ ਕਸ਼ਟ ਚਲੇ ਜਾਂਦੇ ਹਨ। ਕਹਿ ਕਵਾ ਹਮਨੇ ਸੋ ਸੁਨਿਓ ਅਵਲੋ ਵਡ ਰੋਗੂ। ਕਵੀ ਕਹਿੰਦਾ ਹੈ ਮੈਂ ਜਾ ਕੇ ਦੇਖਿਆ ਉਸ ਇਲਾਕੇ 'ਚ ਸ਼ਮੀਰ ਕੀ ਬੰਸ ਵਿੱਚ, ਅੱਜ ਤੱਕ ਉਹਨਾਂ ਦੀ ਬੰਸ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਕੋਹੜ ਆਦਿ ਦੀ ਰਹਿੰਦੀ ਹੈ, ਕੁਸ਼ਟ ਦੀ ਰਹਿੰਦੀ ਹੈ। ਚਲਿਓ ਆਏ ਤਿਸ ਬੰਸ ਮੈਂ ਭੋਗੈ ਦੁਖ ਭੋਗੂ। ਉਹਨਾਂ ਦੀ ਬੰਸ ਵਿੱਚ ਇਹ ਵੀ ਬਚਨ ਪੂਰਾ ਹੁੰਦਾ ਆ ਰਿਹਾ ਹੈ, ਕੋਈ ਨਾ ਕੋਈ ਉਹਨਾਂ ਦਾ ਇਸ ਤਰ੍ਹਾਂ ਬਿਮਾਰ ਰਹਿੰਦਾ। ਸਤਿਗੁਰ ਅਦਕ ਪ੍ਰਸੰਨ ਹਵੈ ਪਿਖ ਸੇਵ ਵਿਸਾਲਾ। ਹੁਣ ਗੁਰੂ ਜਿਹੜਾ ਹੈ ਬੜੀ ਕੋਸ਼ਿਸ਼ ਕਰਦਾ ਹੈ ਕਿ ਇਹਨੇ ਸੇਵਾ ਕੀਤੀ ਹੈ ਮੈਂ ਕੁਛ ਦੇਵਾਂ। ਆਪੇ ਸੇਵਾ ਲਾਈਆਂ ਨਾ, ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪੇ ਸਾਰ ਕਰੇ। ਗੁਰੂ ਪਾਤਸ਼ਾਹ ਜੀ ਨੇ ਇਸ ਦੀ ਸੇਵਾ ਤੇ ਪ੍ਰਸੰਨ ਹੋਣਾ ਕੀਤਾ ਹੈ ਜੀ। ਹੇ ਨਾਲੇ ਤਹਮ ਦੇਤ ਹੈ ਇਮ ਚਿਤੈ ਕਿਰਪਾਲਾ। ਹੁਣ ਸਤਿਗੁਰੂ ਕੋਸ਼ਿਸ਼ ਕਰਦੇ ਆ, ਅੰਦਰ ਸੋਚ ਰਹੇ ਨੇ ਮੈਂ ਦੇਣਾ ਚਾਹਣਾ, ਇਹਨੂੰ ਪ੍ਰਾਪਤ ਨਹੀਂ ਹੁੰਦਾ, ਇਹ ਲੈਂਦਾ ਨਹੀਂ। ਇੱਕ ਦਿਨ ਬਾਹਰ ਸ਼ਮੀਰ ਕੋ ਕਰਨਾ ਕਰ ਬੋਲੇ। ਹੁਣ ਦੇਖੋ ਪਾਤਸ਼ਾਹ ਨੇ ਗੱਲਾਂ ਕਿਉਂ ਸਮਝਾਈਆਂ ਵੀ ਜੇ ਕਿਤੇ ਹੁਣ ਮੈਂ ਤੈਨੂੰ ਕੋਈ ਚੀਜ਼ ਦੇਣ ਲੱਗਾ ਤਾਂ ਲੈ ਲਈ। ਇਸੇ ਕਰਕੇ ਕਿਹਾ ਨਾ ਵੀ ਜੇ ਗੁਰੂ ਦੇਵੇ ਤੇ ਸਿੱਖ ਲਵੇ ਨਾ ਤੇ ਫਿਰ ਸਿੱਖ ਦੁਖੀ ਹੁੰਦਾ ਬਾਅਦ ਵਿੱਚ। ਇਸ ਕਰਕੇ ਪਹਿਲਾਂ ਸਮਝਾਤਾ ਤਾਂ ਕਿ ਤੀਜਾ ਬਚਨ ਤਾਂ ਸਾਂਭ ਲਵੇ, ਦੋ ਤਾਂ ਇਹ ਤੋਂ ਨਿਕਲ ਗਏ। ਕਹੋ ਸਤਨਾਮ। ਤਾਂ ਇੱਕ ਦਿਨ ਸਤਿਗੁਰਾਂ ਨੇ ਫੇਰ ਦਇਆ ਦੇ ਘਰ ਆਏ ਸ਼ਮੀਰ ਵਾਸਤੇ।
ਹੋਏ। ਹੋਏ ਚਿਤ ਮੈਂ ਜੋ ਕਾਮਨਾ ਹਮ ਤੇ ਅਬ ਸੋ ਲੇ। ਲੈ ਵੀ ਮਿੱਤਰਾ ਤੀਜਾ ਬਚਨਾ, ਹੁਣ ਜੋ ਤੇਰੇ ਮਨ ਦੀ ਭਾਵਨਾ ਕਾਮਨਾ ਇੱਛਾ ਹੈ ਸਾਥੋਂ ਲੈ ਲੈ। ਬੇਸ਼ੰਕਾ ਜਾਚਨ ਕਰੋ ਕਹੁ ਔਰ ਅਬ ਲਾਖਾ। ਔਰ ਸੋਚਾਂ ਸ਼ੰਕੇ ਭਰਮ ਛੱਡ ਕੇ ਵੀ ਜੋ ਮੈਂ ਮੰਗਾ ਪਤਾ ਨਹੀਂ ਮਿਲੇ ਕਿ ਨਾ ਮਿਲੇ। ਇਹ ਸ਼ੰਕੇ ਚਿੰਤਾਵਾਂ ਸੋਚਾਂ ਛੱਡ ਕੇ ਜੋ ਮਰਜ਼ੀ ਮੰਗ ਲਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੰਗ ਕੀ ਮੰਗਦਾ ਹੈ? ਸੋਣ ਸਮੀਰ ਕਰ ਜੋਰ ਕੈ ਨਮਰੀ ਹੋਏ ਭਾਖਾ। ਤੋ ਸ਼ਮੀਰ ਨੇ ਬੜੇ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਕੀਤੀ ਹੈ। ਮਿਟ ਹੈ 84 ਕੋ ਭਰਮਣ ਪਵ ਜਲ ਦੁਖਦਾਈ। ਬਸ ਮਹਾਰਾਜ 84 ਚੋਂ ਕੱਢ ਲੋ, ਇਹ ਬਾਰ-ਬਾਰ ਦਾ ਜੰਮਣਾ ਮਰਨਾ ਖਤਮ ਕਰ ਦਿਓ, ਬੜਾ ਦੁਖਦਾਈ ਹੈ। ਕਬੀਰ ਸਾਹਿਬ ਨੇ ਵੀ ਕਿਹਾ, ਇੱਕ ਦੁੱਖ ਰਾਮ ਰਾਏ ਘਾਟੋ ਮੇਰਾ, ਅਗਨ ਦਾ ਹੈ ਅਰ ਗਰਭ ਬਸੇਰਾ। ਬਸ ਇਹੀ ਕਿਰਪਾ ਕਰ ਦਿਓ। ਸ੍ਰੀ ਸਤਿਗੁਰ ਇਸ ਤਰਾਸ ਤੇ ਮੋਹ ਲਿਹੋ ਬਚਾਈ। ਤੋ ਇਹ ਜਿਹੜਾ 84 ਦਾ ਡਰ ਹੈ, ਖਤਰਾ ਹੈ, ਮੈਨੂੰ ਇਹ ਤੋਂ ਬਚਾ ਲਓ। ਸੁਨ ਤੋ ਸਨ ਸ੍ਰੀ ਪ੍ਰਭੂ ਪੈ ਬਿਰਮਹਿ ਅਨਪਖ ਆਲਾ। ਸਤਿਗੁਰੂ ਪਾਤਸ਼ਾਹ ਜੀ ਇਹਦਾ ਵਚਨ ਸੁਣ ਕਰਕੇ ਚੁੱਪ ਕਰ ਗਏ। ਪਤਾ ਨਹੀਂ ਪਾਤਸ਼ਾਹ ਨੇ ਕੁਝ ਹੋਰ ਦੇਣਾ ਚਾਹੁੰਦੇ ਹੋਣ ਇਸ ਨੂੰ। ਸਤਿਗੁਰੂ ਹੋਰ ਖਿਆਲਾਂ ਵਿੱਚ ਪੈ ਗਏ ਜੀ। ਇੱਕ ਦੋਏ ਦਿਵਸਾ ਬਤਾਏ ਕੈ ਪੁਨ ਪਏ ਕਿਰਪਾਲਾ। 2 ਦਿਨਾਂ ਬਾਅਦ ਫੇਰ ਪਾਤਸ਼ਾਹ ਜੀ ਨੇ ਸਲਾਹ ਕੀਤੀ ਵੀ ਜਿਹੜੀ ਮੈਂ ਚੀਜ਼ ਇਹਨੂੰ ਦੇਣੀ ਚਾਹੁੰਦਾ ਉਹ ਕਿਉਂ ਨਹੀਂ ਲੈਂਦਾ। ਸੇਵ ਕਰੈ ਸੈ ਪ੍ਰੇਮ ਕੇ ਪੁਨ ਨਿਕਟ ਬੁਲਾਇਓ। ਸੇਵਾ ਬੜੇ ਪ੍ਰੇਮ ਨਾਲ ਕਰਦੇ ਆ। ਦੀਨੇ ਦੇ ਵਿੱਚ ਪਾਤਸ਼ਾਹ ਕਾਫੀ ਸਮਾਂ ਰਹੇ। ਐਸੇ ਦੀਨੇ ਕਾਂਗੜ 'ਚ ਬੈਠ ਕੇ ਹੀ ਜਫਰਨਾਮਾ ਵੀ ਪਾਤਸ਼ਾਹ ਨੇ ਲਿਖਿਆ ਜੋ ਗੁਰੂ ਪਿਆਰਿਓ ਔਰੰਗਜ਼ੇਬ ਦੇ ਵੱਲ ਭੇਜਿਆ ਸੀ। ਇਸ ਕਰਕੇ ਇਹ ਤੇ ਬੜੇ ਖੁਸ਼ ਹਨ, ਸੇਵਾ ਬੜੇ ਪਿਆਰ ਨਾਲ ਕਰਦਾ ਹੈ। ਹਮ ਪ੍ਰਸੰਨ ਹੈ ਤੋਹੇ ਪਰ ਜਾਚੋ ਮਨ ਪਾਇਓ। ਇੱਕ ਦਿਨ ਫੇਰ ਸੱਦਿਆ, ਕਹਿੰਦੇ ਸ਼ਮੀਰ ਮੈਂ ਤੇਰੇ ਤੇ ਬਹੁਤ ਖੁਸ਼ ਹਾਂ, ਮੈਂ ਤੈਨੂੰ ਕੁਛ ਦੇਣਾ ਚਾਹੁੰਦਾ, ਤੂੰ ਜੋ ਚਾਹੇ ਉਹ ਮੰਗ ਲੈ ਮੈਥੋਂ। ਸ਼ਮੀਰ ਗੁਰ ਤੀਰ ਕੈ ਪਵ ਜਲ ਮਹਿ ਫੇਰਾ। ਬਸ ਮਹਾਰਾਜ ਭਵ ਸਾਗਰ ਦੇ ਚੱਕਰਾਂ ਚੋਂ ਕੱਢ ਲੋ। ਇਹ ਸਦਾਰਨ ਦੁੱਖਾਂ ਤੇ ਪ੍ਰਭੂ ਗਈਆ ਹੈ ਕਰ ਮੇਰਾ। ਇਹਨਾਂ ਭਿਆਨਕ ਦੁੱਖਾਂ ਤੋਂ ਸਾਡੀ ਬਾਹ ਫੜ ਕੇ ਕੱਢ ਲੋ। ਸੁਣ ਸ੍ਰੀ ਮੁਖ ਤੇ ਤਵ ਭਾਨਿਓ ਤਵ ਜਨਮ ਕਨੇਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸ਼ਮੀਰ ਤੂੰ ਤਾਂ ਕਈ ਜਨਮ ਲੈਣੇ ਨੇ ਹਜੇ। ਧਰਨੇ ਹੈ ਪਵ ਜਲ ਬਿਖਾਇ ਕਿਮ ਜਾਹੇ ਨਵੇਰੇ। ਤੇਰੀ ਇੰਨੇ ਜਨਮਾਂ ਦਾ ਕਿਵੇਂ ਨਵੇੜਾ ਕਰੀਏ। ਕਹਿ ਲਾਗ ਕਰੈ ਬਚਾਏ ਬਹੁ ਜਾਚੋ ਬਥ ਆਨਾ। ਤੈਨੂੰ ਕਿੱਥੋਂ ਤੱਕ ਬਚਾਵਾਂਗੇ ਅਸੀਂ, ਕੋਈ ਹੋਰ ਹੈ ਜੀਵਨ ਦੇ ਵਿੱਚ ਵਰਤਣ ਵਾਲੀ ਵਸਤੂ ਮੰਗ ਲੈ। ਐਸਾ ਬਿਨ ਅਪਰ ਅਦੇਹ ਨਹਿ ਲਿਹੁ ਮਹਦ ਮਹਾਨਾ। ਕਿਉਂਕਿ ਤੂੰ ਹਜੇ ਜਨਮ ਬਹੁਤ ਲੈਣੇ ਨਾ, ਉਹਨਾਂ ਦਾ ਹਿਸਾਬ ਕਿਤਾਬ ਵੀ ਕਰਨਾ। ਮੈਂ ਤੈਨੂੰ ਕਿੱਥੇ ਕਿੱਥੇ ਬਚਾਊਂਗਾ, ਕੁਛ ਹੋਰ ਮੰਗ ਲੈ। ਹਮ ਪਰਸਾਨ ਭੇਖ ਸੇਵ ਤਵ ਅਰ ਪ੍ਰੇਮ ਕਾ ਨੇਰਾ। ਅਸੀਂ ਤੇਰੀ ਸੇਵਾ ਤੇ ਪ੍ਰੇਮ ਦੇਖ ਕੇ ਬਹੁਤ ਖੁਸ਼ ਹੋਏ ਹਾਂ। ਕਪਟ ਸੱਚ ਕਹਿਤ ਹੈ ਪਰਖਿਓ ਬਹੁ ਬੇਰਾ। ਔਰ ਅਕਪਟ ਇਹਦੇ ਹਿਰਦੇ ਵਿੱਚ ਕੋਈ ਛਲ ਫਰੇਬ ਨਹੀਂ ਹੈ। ਸ਼ਮੀਰ ਦੇ ਇਸੇ ਵਾਸਤੇ ਖੁਸ਼ ਹੋ ਰਹੇ ਹੈ, ਕੋਈ ਲਾਲਚ ਨਹੀਂ ਹੈ। ਪਾਤਸ਼ਾਹ ਕਹਿੰਦੇ ਮੈਂ ਤੈਨੂੰ ਕਈ ਵਾਰੀ ਪਰਖਿਆ, ਤੇਰੇ ਮਨ ਵਿੱਚ ਕੋਈ ਛਲ ਨਹੀਂ ਹੈ। ਕਰਹੁ ਸਫਲ ਨਿਜ ਕਾਲ ਕੋ ਹਮ ਦੇ ਤਤਕਾਲਾ। ਇਸ ਕਰਕੇ ਅਸੀਂ ਤੇਰੀ ਸੱਚੀ ਸੁੱਚੀ ਸੇਵਾ ਦਾ ਫਲ ਦੇਣਾ ਚਾਹੁੰਦੇ ਆ। ਤੂੰ ਕੁਛ ਲੈ ਲੈ, ਮੰਗ ਲੈ। ਕਹਿ ਸਮੀਰ ਪਨਗਤ ਕਰਹੁ ਕਿਰਪਾਲਾ। ਤੀਜੀ ਵਾਰ ਫਿਰ ਕਹਿੰਦਾ ਜੀ ਬਸ ਗਤੀ ਬਖਸ਼ੋ, ਮੁਕਤੀ ਬਖਸ਼ੋ, ਸੰਸਾਰ ਸਮੁੰਦਰ ਚੋਂ ਹੱਥ ਬਾਹ ਫੜ ਕੇ ਕੱਢ ਲਿਓ। ਨਿਕਟਾ ਸਤਲ ਨਿਜ ਦਈ ਜੀ ਇਹ ਜਾਚਾ ਇਹ ਮੇਰੀ। ਬਸ ਆਪਣੇ ਕੋਲੇ ਰੱਖ ਲਓ, ਬਹੁਤੇ ਟਰੋਠੇ ਹੋ ਤਾਂ ਕੋਲੇ ਰੱਖ ਲਓ। ਜਿਵੇਂ ਡੱਲੇ ਨੇ ਕਿਹਾ ਸੀ ਅੱਜ ਤੁਹਾਡੇ ਚਰਨਾਂ ਥੋੜਾ ਥਾਂ ਮਿਲ ਜਾਵੇ, ਤੇ ਪਾਤਸ਼ਾਹ ਕਹਿੰਦੇ ਉਹ ਥਾਂ ਤਾਂ ਨਹੀਂ ਮਿਲਣਾ ਭਾਈ। ਕਿਉਂ ਮਹਾਰਾਜ, ਤੂੰ ਅੰਮ੍ਰਿਤ ਨਹੀਂ ਛਕਦਾ, ਤੈਨੂੰ ਕਿੰਨੇ ਵਾਰੀ ਕਿਹਾ ਤੂੰ ਅੰਮ੍ਰਿਤ ਛਕ ਲੈ। ਅੱਗੋਂ ਕਹਿ ਦੇਣਾ ਛਕਿਆਂ ਵਰਗਾ ਹੀ ਹੈ ਜੀ, ਆਪਣਾ ਦਿਲ ਸਾਫ਼ ਹੈ। ਗੁਰੂ ਸਾਹਿਬ ਦਾ ਦਿਲ ਸਾਫ਼ ਨਹੀਂ ਸੀਗਾ, ਆਪਾਂ ਵੀ ਕਹਿ ਦਿੰਦੇ ਹਾਂ ਕਈ ਵਾਰੀ ਅੰਮ੍ਰਿਤ ਛਕਣ ਤੋਂ ਬਚਣ ਵਾਸਤੇ ਵੀ ਛਕਿਆਂ ਵਰਗਾ ਹੀ ਹੈ ਜੀ। ਆਪਾਂ ਕਿਹੜਾ ਕੋਈ ਮਾੜੇ ਕੰਮ ਕਰਦੇ ਆ। ਇਹ ਅੰਮ੍ਰਿਤ ਦੀ ਦਾਤ ਤਾਂ ਬਹੁਤ ਮਹਾਨ ਹੈ। ਇਹ 'ਚ ਪਤਾ ਨਹੀਂ ਹੋਰ ਕਿੰਨੀਆਂ ਦਾਤਾਂ, ਇਹ ਤਾਂ ਅੰਮ੍ਰਿਤ ਤੱਕ ਪੈਕਿੰਗ ਹੈ, ਇਹਦੇ ਵਿੱਚੋਂ ਪਤਾ ਨਹੀਂ ਕਿੰਨਾ ਕੁਝ ਬਖਸ਼ਾ ਹੋਣੀਆਂ।
ਇਸੇ ਤਰ੍ਹਾਂ ਇਹ ਕਹਿਣ ਲੱਗਿਆ ਮਹਾਰਾਜ ਬਸ ਮੈਨੂੰ ਆਪਦੇ ਨੇੜੇ ਰੱਖ ਲਿਓ, ਅਵਰ ਨਹੀਂ ਮਨ ਕਾਮਨਾ ਕਾਟੋ ਮਮ ਬੇਰੀ। ਬਸ ਹੋਰ ਕੁਛ ਨਹੀਂ ਚਾਹੀਦਾ, ਇਹ ਜਮਨ ਮਰਨ ਦੀਆਂ ਬੇੜੀਆਂ ਕੱਟ ਦਿਓ। ਸੋਨਾ ਹਟਕਾ ਸ਼੍ਰੀ ਸਤਗੁਰ ਤਬ ਟਾਰਨ ਕੀਨਾ। ਕਹਿੰਦੇ ਪਾਤਸ਼ਾਹ ਨੇ ਫੇਰ ਗੱਲ ਟਾਲ ਦਿੱਤੀ, ਅੱਜ ਇਸ ਵਿਸ਼ੇ ਤੇ ਫੇਰ ਕੋਈ ਬਚਨ ਨਾ ਦਿੱਤਾ। ਕੇਤਕ ਦਿਵਸ ਬਤਾਏ ਪੁਨ ਮਨ ਹੋਤ ਪਰਸੀਨਾ। ਕਈ ਦਿਨ ਲੰਘ ਗਏ, ਇੱਕ ਦਿਨ ਫਿਰ ਪਾਤਸ਼ਾਹ ਦੇ ਦਿਮਾਗ ਦੇ ਵਿੱਚ ਗੱਲ ਆਈ, ਕਿਤੇ ਖੁਸ਼ੀ ਦੇ ਘਰ ਆਏ। ਦਾਸ ਕਾ ਮਨ ਦੇ ਬਿਨਾ ਮਨ ਚੈਨ ਨ ਪਾਵੈ। ਅਸਲ ਦੇ ਵਿੱਚ ਨਾ ਜੇ ਸਿੱਖ ਸੇਵਾ ਕਰੇ ਪਿਆਰ ਨਾਲ ਤੇ ਗੁਰੂ ਫਿਰ ਨਾ ਦਾਤਾਂ ਮਗਰ ਮਗਰ ਚੱਕੀ ਫਿਰਦਾ ਹੋਏ, ਤੂੰ ਲੈਂਦਾ ਕਿਉਂ ਨਹੀਂਗਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰੋ। ਕਬੀਰ ਮੈਂ ਤੈਨੂੰ ਦੇਣਾ ਚਾਹੁੰਦਾ, ਤੂੰ ਲੈਂਦਾ ਕਿਉਂ ਨਹੀਂਗਾ। ਗੁਰੂ ਨੂੰ ਵੀ ਦਿੱਤੇ ਬਿਨਾਂ ਸ਼ਾਂਤੀ ਨਹੀਂ ਆਉਂਦੀਗੀ। ਜਿਸ ਤਰ੍ਹਾਂ ਭਾਈ ਗੋਪਾਲਾ ਜੀ ਪਾਤਸ਼ਾਹ ਕਹਿੰਦੇ ਸਿੱਖੋ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਓ ਸ਼ੁੱਧ। ਭਾਈ ਗੋਪਾਲਾ ਜੀ ਖੜੇ ਹੋ ਗਏ, ਕਿਰਪਾ ਕਰੋ ਜੀ। ਕਹਿੰਦੇ ਆ ਜਾ ਬੈਠ ਮੇਰੇ ਕੋਲ, ਸੁਣਾ ਮੈਨੂੰ। ਸੁਣਾਉਣਾ ਸ਼ੁਰੂ ਕੀਤਾ, ਜਪਜੀ ਸਾਹਿਬ ਸਾਰਾ ਲਗਭਗ ਸੁਣਾਤਾ, 3-4 ਪੌੜੀਆਂ ਬਾਕੀ ਰਹਿ ਗਈਆਂ। ਉਸ ਸਮੇਂ 'ਚ ਗੁਰੂ ਹਰਗੋਬਿੰਦ ਸਾਹਿਬ ਜੀ ਸੋਚਣ ਲੱਗੇ ਵੀ ਇਹਨੂੰ ਕੀ ਦੇਵਾਂ। ਬੜਾ ਹੀ ਧਿਆਨ ਜੋੜ ਕੇ ਪਾਠ ਸੁਣਾਇਆ ਸਿੱਖ ਨੇ, ਇਹਨੂੰ ਮੈਂ ਮਾਤਲੋਕ ਦਾ ਰਾਜਾ ਬਣਾ ਦਿਆਂ। ਨਹੀਂ ਯਾਰ, ਇਹ ਤਾਂ ਖਤਮ ਹੋ ਜਾਊਗਾ। ਦੇਵਲੋਕ ਦਾ ਰਾਜਾ ਇੰਦਰ ਦਾ ਰਾਜ ਨਾ ਦੇ ਦਈਏ, ਉਹ ਵੀ ਇੱਕ ਦਿਨ ਖਤਮ ਹੋ ਜਾਣਾ, ਕਿਉਂਕਿ ਸਾਰੇ ਕਰਮਾਂ ਦੇ ਫਲ ਹੈ, ਪੁੰਨਾਂ ਦੇ ਫਲ ਹੈ। ਭੋਗਣ ਤੋਂ ਬਾਅਦ ਤਪੋ ਰਾਜ, ਰਾਜ ਤੋਂ ਬਾਅਦ ਫਿਰ ਨਰਕ। ਨਹੀਂ, ਦੇਵਲੋਕ ਦਾ ਰਾਜ ਵੀ ਨਹੀਂ, ਮਾਤਲੋਕ ਦਾ ਰਾਜ ਵੀ ਨਹੀਂ ਦੇਣਾ ਇਹਨੂੰ। ਇੱਦਾਂ ਕਰਦੇ ਆ, ਇਹਨੂੰ ਆ ਗੱਦੀ ਦੇ ਦਿੰਦੇ ਆ, ਇਹਨੂੰ ਗੁਰੂ ਵੀ ਬਣਾ ਦਿੰਦੇ ਆ, ਜੁਗਾਂ ਜੁਗਾਂਤਰਾਂ ਤੱਕ ਰਹਿਣ ਵਾਲਾ। ਇਹ ਸਲਾਹ ਕਰਕੇ ਉਧਰੋਂ ਜਪਜੀ ਸਾਹਿਬ ਦੀਆਂ 2 ਪੌੜੀਆਂ ਬਾਕੀ ਰਹਿ ਗਈਆਂ, ਉਧਰੋਂ ਪਾਤਸ਼ਾਹ ਆਸਣ ਤੋਂ ਉੱਠਣ ਲੱਗੇ। ਕਹੋ ਸਤਿਨਾਮ। ਤੇ ਜਦੋਂ ਹੀ ਪਾਤਸ਼ਾਹ ਆਸਣ ਤੋਂ ਹੱਲਣ ਲੱਗੇ, ਭਾਈ ਗੋਪਾਲਾ ਜੀ ਦਾ ਵੀ ਅੰਦਰੋਂ ਫੁਰਨਾ ਹੱਲ ਗਿਆ, ਸੁਰਤ ਹੱਲ ਗਈ। ਇਹ ਪਾਤਸ਼ਾਹ ਕਿਤੇ ਚੱਲੇ ਆ, ਕੋਈ ਕੰਮ ਯਾਦ ਆ ਗਿਆ ਹੁਣ। ਜੇ ਕਿਤੇ ਸਾਰਾ ਪਾਠ ਸੁਣ ਕੇ ਮੈਨੂੰ ਪੁੱਛਦੇ ਬੋਲ ਗੋਪਾਲਿਆ ਕੀ ਦੇਵਾਂ, ਤੇ ਮੈਂ ਇਹਨਾਂ ਤੋਂ ਉਹ ਘੋੜਾ ਮੰਗ ਲੈਂਦਾ ਜਿਹੜੇ 5 ਘੋੜੇ ਆਏ ਸੀ ਸੋਨੇ ਦੀਆਂ ਕਾਠੀਆਂ ਵਾਲੇ। 4 ਵੰਡਤੇ ਸਿੱਖਾਂ ਨੂੰ, ਇੱਕ ਖੜਾ ਸੀ ਹਜੇ ਤਬੇਲੇ 'ਚ। ਜੇ ਕਿਤੇ ਗੁਰੂ ਸਾਹਿਬ ਮੈਨੂੰ ਪੁੱਛਦੇ ਬਾਹਰ 'ਚ ਵੀ ਬੋਲ ਤੈਨੂੰ ਕੀ ਦੇਵਾਂ, ਤੇ ਮੈਂ ਇਹਨਾਂ ਤੋਂ ਘੋੜਾ ਮੰਗ ਲੈਂਦਾ ਸੋਨੇ ਦੀ ਕਾਠੀ ਵਾਲਾ। ਜਦੋਂ ਇਹ ਫੁਰਨਾ ਆ ਗਿਆ, ਜਪਜੀ ਸਾਹਿਬ ਦਾ ਸ਼ਲੋਕ ਅਜੇ ਪੜ੍ਹਿਆ ਨਹੀਂ ਸੀ, ਉਦੋਂ ਪਹਿਲਾਂ ਫੁਰਨਾ ਆ ਗਿਆ, ਤੇ ਪਾਤਸ਼ਾਹ ਵਾਪਸ ਫਿਰ ਆਸਣ ਤੇ ਬੈਠ ਗਏ। ਸ਼ਲੋਕ ਪੜ੍ਹਿਆ, ਵਾਹ ਵੇ ਵਾਹ ਗੋਪਾਲਾ ਜੀ ਬਹੁਤ ਸੋਹਣਾ ਪਾਠ ਸੁਣਾਇਆ, ਹੁਣ ਮੈਂ ਤੈਨੂੰ ਕੁਛ ਦੇਣਾ ਚਾਹੁੰਦਾ, ਮੰਗ ਕੀ ਮੰਗਦਾ। ਨਹੀਂ ਜੀ ਨਹੀਂ, ਕੁਛ ਨਹੀਂ ਚਾਹੀਦਾ, ਬਸ ਪ੍ਰਵਾਨ ਕਰੋ ਸੇਵਾ। ਉਹ ਸੇਵਾ ਦਾ ਪ੍ਰਵਾਨ ਹੋ ਗਈ ਤੇਰੀ, ਹੁਣ ਤੈਨੂੰ ਦੇਵਾਂ ਕੀ। ਕਹਿੰਦਾ ਜੀ ਨਹੀਂ ਕੁਛ ਨਹੀਂ ਚਾਹੀਦਾ। ਤੀਜਾ ਬਚਨ ਇੱਕ ਵਾਰੀ ਫੇਰ ਦੱਸ ਦੇ ਕੁਛ ਦੇਵਾਂ। ਕਹਿੰਦਾ ਜੀ ਨਹੀਂ ਨਹੀਂ, ਉਹ ਤੂੰ ਮੰਗੀ ਤਾਂ ਜਾਣਾ ਹੈ, ਉਹ ਤੂੰ ਸਿਉਣੇ ਦੇ ਕਾਠੀ ਵਾਲੇ ਘੋੜੇ ਤੇ ਰੀਝ ਗਿਆ ਇੰਨਾ ਵਧੀਆ ਪਾਠ ਸੁਣਾ ਕੇ। ਮੈਂ ਤੈਨੂੰ ਸ੍ਰਿਸ਼ਟੀ ਦਾ ਹੀ ਮਾਲਕ ਬਣਾਉਣ ਲੱਗਿਆ ਸੀ, ਸਾਰੇ ਹਾਥੀਆਂ ਘੋੜਿਆਂ ਦਾ। ਮੈਂ ਤੈਨੂੰ ਗੁਰਤਾ ਗੱਦੀ ਦੇਣ ਲੱਗਿਆ ਸੀਗਾ ਇਹਦੇ ਬੱਟੇ। ਫੇਰ ਤਾਂ ਮਾਰਾ ਚੰਗਾ ਹੀ ਹੋਇਆ, ਫੁਰਨਾ ਹੱਲ ਗਿਆ। ਇਹ ਕੰਮ ਸਾਥੋਂ ਨਹੀਂ ਚੱਲਣਾ, ਇਹ ਤਾਂ ਤੁਹਾਡੇ ਹੀ ਲਾਇਕ ਆ, ਤੁਸੀਂ ਚਲਾ ਸਕਦੇ ਹੋ। ਕਹੋ ਸਤਿਨਾਮ। ਜਾ ਸਿੱਖਾ। ਉਹ ਘੋੜਾ ਲਿਆ ਕਾਠੀ ਪਾ ਕੇ ਸੋਨੇ ਵਾਲੀ, ਉਹ ਘੋੜਾ ਲਿਆਂਦਾ ਗਿਆ। ਭਾਈ ਗੋਪਾਲਾ ਜੀ ਨੂੰ ਉਹ ਘੋੜਾ ਵੀ ਦਿੱਤਾ ਔਰ ਹੋਰ ਵੀ ਬਹੁਤ ਕੁਝ ਦਿੱਤਾ। ਪਰ ਇਸ ਸਾਖੀ ਦੇ ਪਿੱਛੇ ਕੀ ਸਿੱਖਿਆ ਹੈ ਬਈ ਗੁਰਬਾਣੀ ਦਾ ਸਤਿਗੁਰਾਂ ਨੇ ਕਿੰਨਾ ਮੁੱਲ ਪਾਇਆ। ਕਹੋ ਸਤਿਨਾਮ। ਭਾਵ ਗੁਰਬਾਣੀ ਦਾ ਮੁੱਲ ਕੋਈ ਨਹੀਂ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੇ, ਅਮੁੱਲ ਲੈ ਜਾਹੇ, ਅਮੁੱਲ ਭਾਏ, ਅਮੁੱਲਾ ਸਮਾਏ। ਇਹ ਪ੍ਰੇਮ ਦਾ ਵੀ ਕੋਈ ਮੁੱਲ ਨਹੀਂ, ਤੇ ਇਹਨੂੰ ਕਰਦੇ ਕਰਦੇ ਪ੍ਰੇਮ ਕਰਨ ਵਾਲੇ ਪਰਮੇਸ਼ਰ ਵੀ ਸਮਾ ਜਾਂਦੇ ਆ। ਕਹੋ ਸਤਿਨਾਮ। ਖੈਰ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਤੀਜਾ ਬਚਨ ਅੱਜ ਕੀਤਾ। ਕਹਿੰਦੇ ਸ਼ਮੀਰ ਕੁਛ ਮੰਗ ਲੈ, ਮੈਂ ਤੈਨੂੰ ਦੇਣਾ ਚਾਹੁੰਦਾ। ਸਤਿਗੁਰੂ ਦੇ ਮਨ ਨੂੰ ਵੀ ਚੈਨ ਨਹੀਂ ਆ ਰਹੀ ਜਿੰਨਾ ਚਿਰ ਮੈਂ ਇਹਦਾ ਹਿਸਾਬ ਕਿਤਾਬ ਬਰਾਬਰ ਨਾ ਕਰਾਂ। ਕੀ ਕਹਿੰਦੇ? ਪਦਵੀ ਦੇਨ ਸਮੀਪ ਕੀ ਪਣ ਕਰ ਲਲਚਾਵੈ। ਤਾਂ ਪਾਤਸ਼ਾਹ ਜੀ ਦੀ ਸਲਾਹ ਸੀ ਕਿ ਮੈਂ ਇਹਨੂੰ ਆਪਣੇ ਕੋਲ ਰੱਖਾਂ। ਇਹ ਪਦਵੀ ਉਹਨੂੰ ਦੇਣੀ ਚਾਹੁੰਦੇ ਸੀ। ਇੱਕ ਦਿਨ ਬਾਹਰ ਹਰ ਕਾਇ ਕਹਿ ਸ੍ਰੀ ਬਦਨ ਉਚਾਰਾ। ਇੱਕ ਦਿਨ ਫਿਰ ਪਾਤਸ਼ਾਹ ਨੇ ਸੱਦ ਲਿਆ, ਕਹਿੰਦੇ ਸ਼ਮੀਰ ਗੱਲ ਸੁਣ, ਤੂੰ ਬਹੁਤ ਸਿਆਣਾ, ਬਹੁਤ ਚੰਗਾ ਹੈ,
मांगो मन की कामना जैसे हट तारा। ਮੈਂ ਤੈਨੂੰ ਕੁਝ ਦੇਣਾ ਚਾਹਣਾ, ਤੇਰੇ ਮਨ ਦੀ ਕਾਮਨਾ ਜਿਹੜੀ ਹੈ ਮੈਂ ਦੇਣੀ ਚਾਹਣਾ ਤੇ ਤੂੰ ਲੈ ਲੈ। प्रभ जी भव जल ते रखा कट दे हो 84। ਬਸ ਮਹਾਰਾਜ ਮੈਂ ਫਿਰ ਬੇਨਤੀ ਕਰਦਾ, ਮੇਰੀ 84 ਕੱਢ ਦਿਓ, ਭਵ ਸਾਗਰ ਚੋਂ ਕੱਢ ਲਓ। बाहर न पावो जन्म को जम पर न फांसी। ਮੈਨੂੰ ਦੁਬਾਰੇ ਜੰਮਣਾ ਮਰਨਾ ਨਾ ਪਵੇ, ਜਮਾਂ ਦੀਆਂ ਫਾਂਸੀਆਂ ਨਾ ਪੈਣ। आस बोले दह एह पन आवह प्राती। ਚੱਲ ਠੀਕ ਆ, ਫਿਰ ਕੱਲ ਨੂੰ ਆਈ, ਤੈਨੂੰ ਇਹੀ ਦਾਤ ਦੇਵਾਂਗੇ ਹੁਣ। सुन बंधन को कर गयो आनंद कर छाती। ਔਰ ਅੱਜ ਸ਼ਮੀਰ ਦੇ ਹਿਰਦੇ ਵਿੱਚ ਵੀ ਬਹੁਤ ਆਨੰਦ ਹੈ, ਖੁਸ਼ੀ ਹੈ, ਸੁੱਖ ਹੈ। ਪਾਤਸ਼ਾਹ ਜੀ ਵੀ ਇਹਨੂੰ ਜੋ ਦੇਣਾ ਚਾਹੁੰਦੇ ਸ਼ਾਇਦ ਇਸ ਨੇ ਅੱਜ ਮੰਗ ਲਿਆ ਹੈ। सकल रीत के सेवकार निसमय पर शोभा। ਤਾਂ ਕਹਿੰਦੇ ਤੜਕੇ ਦੇਵਾਂਗੇ, ਹੁਣ ਜਾ ਤੂੰ, ਫਿਰ ਕੱਲ ਨੂੰ ਦੇਵਾਂਗੇ। ਤੇ ਰਾਤ ਨੂੰ ਇਹ ਘਰੇ ਜਾ ਕੇ ਸ਼ਮੀਰ ਆਪਣੇ ਪੜ੍ਹਨਗੇ ਤੇ ਸੌਂ ਗਿਆ ਜਦੋਂ। अद्भुत अनक प्रकार को सुपना जब जुबा। ਪ੍ਰੀਤਮ ਨੇ ਇੱਕ ਰੀਲ ਚਲਾਤੀ, ਇਹਦੇ ਅੰਦਰ ਇੱਕ ਸੁਪਨਾ ਚਲਾ ਦਿੱਤਾ, ਜਿਵੇਂ ਆਪਾਂ ਟੀਵੀ ਦੇ ਉੱਤੇ ਮੂਵੀ ਚਲਾ ਦਈਏ ਨਾ। ਪਾਤਸ਼ਾਹ ਨੇ ਇੱਕ ਸੁਪਨਾ ਚਲਾਤਾ ਤੇ ਸੁਪਨੇ ਵਿੱਚ ਕੀ ਵੇਖ ਰਿਹਾ ਹੈ? काका कंका केके कनकना का लिंबग मरला। ਤਾਂ ਇਹ ਆਪਣੇ ਆਪ ਨੂੰ ਇਹਨਾਂ ਜੂਨਾਂ ਚੋਂ ਟੱਪਦਾ ਵੇਖ ਰਿਹਾ ਹੈ ਸੁਪਨੇ ਦੇ ਵਿੱਚ। ਜਿਵੇਂ ਪੰਜਵੇਂ ਪਾਤਸ਼ਾਹ ਨੇ ਇੱਕ ਰਾਜੇ ਨੂੰ ਸੁਪਨੇ ਦੇ ਵਿੱਚ ਸੂਰਾਂ ਵਾਲਿਆਂ ਦੇ ਘਰੇ ਜੰਮਣ ਤੋਂ ਬਗੈਰ ਸੁਪਨੇ ਵਿੱਚ ਹੀ ਉਹਦਾ ਇੱਕ ਜਨਮ 100 ਸਾਲ ਦਾ ਕੱਟਦਾ ਸੀ। ਕਹੋ ਸਤਨਾਮ। ਪਾਤਸ਼ਾਹ ਜੀ ਇਹਨੂੰ ਸੁਪਨਾ ਵਿਖਾਉਂਦੇ ਐ, ਸੁਪਨੇ ਵਿੱਚ ਕਦੇ ਕਾਂ ਬਣਦਾ ਹੈ ਗੁਰੂ ਪਿਆਰਿਓ, ਕਦੇ ਗਿਰਝ ਬਣਦਾ ਹੈ, ਕਦੇ ਮੋਰ ਬਣਦਾ ਹੈ, ਕਦੇ ਚਕਵਾ ਬਣਦਾ ਹੈ, ਕਦੇ ਚਿੜੀ ਬਣਦਾ ਹੈ, ਕਦੇ ਹੰਸ ਬਣਦਾ ਹੈ, ਕਦੇ ਪੰਛੀ ਬਣਦਾ ਹੈ, ਕਦੇ ਪਸ਼ੂਆਂ ਦੀਆਂ ਹਿਰਨ ਆਦਿ ਇਹਨਾਂ ਜੂਨੀਆਂ ਵਿੱਚੋਂ ਲੰਘਦਾ ਜਾ ਰਿਹਾ ਹੈ ਜੀ। कीटे कीटन प्रंग प्रत इतदायत कनेरे। ਕੀੜੇ ਮਕੌੜਿਆਂ ਦੀਆਂ ਜੂਨੀਆਂ ਵਿੱਚੋਂ ਵੀ ਟੱਕਿਆ, ਇਹਨੂੰ ਦਿਖਦਾ ਹੈ, ਦਿਸ ਰਿਹਾ ਸੁਪਨੇ ਵਿੱਚ ਵੀ ਮੈਂ ਉੱਥੋਂ ਮਰਿਆ ਬਣ ਗਿਆ, ਮਰਿਆ ਉਹ ਬਣ ਗਿਆ, ਮਰਿਆ ਉਹ ਬਣ ਗਿਆ। ਕਈ ਜਨਮ ਪੇ ਕੀਟ ਪਰੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਇਸ ਤਰ੍ਹਾਂ ਕੀੜੀਆਂ ਕੀੜੇ ਭਰਿੰਗ ਹੁੰਦੇ ਹੈ ਗੁਰੂ ਪਿਆਰੋ। ਭਰਿੰਗੀ ਕੀੜਾ ਹੁੰਦਾ ਇੱਕ, ਇਹ ਉੱਡਣ ਵਾਲਾ ਹੁੰਦਾ ਕੀੜਾ। ਤਾਂ ਕੋੜ ਕਿਰਲੀਆਂ ਆਦਿ ਇਹਨਾਂ ਦੇ ਵਿੱਚੋਂ ਲੰਘਦਾ ਜਾ ਰਿਹਾ ਹੈ ਜੀ। होके जो ना जन्म तारा मर मर बहवेरे। ਸੁਪਨੇ ਦੇ ਵਿੱਚ ਬਹੁਤ ਜੂਨਾਂ ਦੇ ਵਿੱਚੋਂ ਲੰਘਦਾ ਜਾ ਰਿਹਾ, ਜੰਮਦਾ ਜਾ ਰਿਹਾ, ਮਰਦਾ ਜਾ ਰਿਹਾ ਹੈ ਜੀ। जन्म पासला पन पाया चंडाल कराला। ਅੱਗੇ ਚੱਲ ਕੇ ਇਸ ਨੂੰ ਚੰਡਾਲਾਂ ਦੇ ਘਰ ਮਨੁੱਖ ਦਾ ਜਾਮਾ ਮਿਲਿਆ ਤੇ ਚੰਡਾਲ ਬਣਿਆ। जंगल देश परवेश पा चंडाली नाला। ਔਰ ਜੰਗਲ ਦੇਸ਼ ਹੈ ਮਾਲਵੇ ਦੇ, ਜੰਗਲ ਦੇਸ਼ ਦੇ ਵਿੱਚ ਇਸ ਦਾ ਵਿਆਹ ਹੋਇਆ ਚੰਡਾਲਣੀ ਦੇ ਨਾਲ। भय सता सत पांजही बहु बदे हो कोटंबा। ਔਰ ਧੀਆਂ ਪੁੱਤਰ ਹੋ ਗਏ, ਬੜਾ ਪਰਿਵਾਰ ਵਧਿਆ ਚੰਡਾਲ ਦਾ। देश परयो दर पेख बान अन्न कतंबा। ਔਰ ਦੇਸ਼ ਵਿੱਚ ਬੜਾ ਦੁਰਭਿੱਖ ਭਾਵ ਕਾਲ ਪਿਆ ਰਿਹਾ ਹੈ। ਹੁਣ ਜਿਹੜੇ ਬੱਚੇ ਇਹਦੇ ਪੈਦਾ ਹੋਏ ਨੇ ਜਾਂ ਇਹ ਦੋਨੇ ਜੀ ਭੁੱਖੇ ਮਰਦੇ ਨੇ। ਜੰਗਲ ਦੇ ਵਿੱਚ ਭਟਕ ਰਹੇ ਆਪਣੇ ਬੱਚਿਆਂ ਨੂੰ ਲੈ ਕੇ, ਖਾਣ ਨੂੰ ਕੁਝ ਮਿਲਦਾ ਨਹੀਂ ਚੰਗਾ, ਔਰ ਇਹ ਆਪਣਾ ਜੀਵਨ ਬੜਾ ਦੁਖੀ ਬਤੀਤ ਕਰ ਰਿਹਾ ਹੈ। ਔਰ ਜਿਵੇਂ ਆਪਣੇ ਹਾਜੀ ਰਤਨ ਸਾਹਿਬ ਵਿਖੇ ਇੱਕ ਬਣਦਾ ਦਰਖਤ ਖੜਾ ਹੈ, ਇਹਨਾਂ ਦੇ ਪੀਲੂ ਜਾਂ ਹੋਰ ਗੁਰੂ ਪਿਆਰਿਓ ਕਰੀਰਾਂ ਦੇ ਡੇਲੇ, ਬੇਰੀਆਂ ਦੇ ਬੇਰ, ਇਹੋ ਜੀਆਂ ਚੀਜ਼ਾਂ ਇਹ ਖਾ ਖੂ ਕੇ ਟਾਈਮ ਟਪਾਉਂਦੇ ਆ। ਇੱਕ ਦਿਨ ਸੁਪਨੇ ਦੇ ਵਿੱਚ ਕਹਿੰਦੇ ਇਸ ਨੇ ਪੀਲੂ ਖਾਧੇ ਆ ਤੇ ਪੀਲੂ ਦੀਆਂ ਜਿਹੜੀਆਂ ਬੀਜ ਹੁੰਦਾ ਹੈ ਉਹ ਅਮਰੂਦ ਵਰਗਾ ਹੁੰਦਾ ਹੈ। ਆਪਣੇ ਧੀਆਂ ਪੁੱਤਰਾਂ ਨੂੰ ਘਰਵਾਲੀ ਨੂੰ ਨਾਲ ਲੈ ਕੇ ਜੰਗਲ ਵਿੱਚ ਜਾ ਰਹੇ ਆ। ਪੀਲੂਆਂ ਦੇ ਦਰਖਤ ਆਏ ਤੇ ਔਰ ਆਪਣੇ ਪਰਿਵਾਰ ਦੇ ਖਾਣ ਵਾਸਤੇ ਦਰਖਤ ਤੇ ਚੜ ਕੇ ਉੱਤੋਂ ਤੋੜ ਤੋੜ ਕੇ ਸਿੱਟਣ ਲੱਗਿਆ ਹੈ ਜੀ। ਤਰ ਤਰ ਤੇ ਤਰ ਗੇਰਤ ਛਿਸ ਖਾਵੇ।
ਔਰ ਇਹ ਤੋੜ ਤੋੜ ਕੇ ਸਿੱਟ ਰਿਹਾ ਤੇ ਬੱਚੇ ਘਰ ਵਾਲੀ ਚੱਕ ਚੱਕ ਕੇ ਖਾ ਰਹੇ ਹਨ। ਗੁਣ ਸਾਖਾ ਪਰ ਪਰਤੀ ਨਾਹਾ ਪਰ ਨਿਜ ਪਾਉ ਟਿਕਾਵੈ। ਚੱਲਦਾ ਚੱਲਦਾ ਦਰਖਤ ਤੇ ਕਿਤੇ ਇਹਦਾ ਪੈਰ ਪਤਲੀ ਟਾਹਣੀ ਤੇ ਟਿਕ ਗਿਆ ਤੇ ਉਧਰੋਂ ਪੈਰ ਪਤਲੀ ਟਾਹਣੀ ਤੇ ਟਿਕਿਆ ਤੇ ਉਧਰੋਂ ਇਹ ਤੋੜ ਰਿਹਾ ਹੱਥ ਛੱਡ ਕੇ। ਤੋਰਨ ਕਾ ਲਾਲਚ ਲੱਗਿਆ ਚਕ ਹੋਏ ਅਗਾਰੀ। ਜਦੋਂ ਏਦਾਂ ਟੀਸੇ ਤੋਂ ਐ ਕਰਕੇ ਤੋੜਨ ਲੱਗਿਆ ਤੋੜ ਗਈ ਸਾਖਾ ਤਵੈ ਗਿਰ ਤਰਾ ਮਜ਼ਾਰੀ। ਹੇਠਲੀ ਟਾਹਣੀ ਟੁੱਟ ਗਈ ਆ, ਇਹ ਡਿੱਗ ਪਿਆ। ਚੋਟ ਲੱਗੀ ਤੇ ਜਾ ਕਰ ਜਗ ਨੈਣ ਉਗਾਰੀ। ਥੱਲੇ ਡਿੱਗਿਆ ਹੈ ਤੇ ਜਦੋਂ ਉਹ ਸੁਪਨੇ ਵਾਲ ਚ ਡਿੱਗਿਆ, ਸੱਟ ਵੱਜੀ ਤੇ ਇੱਕਦਮ ਉੱਠਿਆ, ਅੱਖ ਖੁੱਲੀ ਐ ਸਮਾਇਆ ਕਰਤ ਵਿਚਾਰ ਪਾਪਿਕ ਕੌਤਕ ਭਾਰੇ। ਔਰ ਹੈਰਾਨ ਹੋ ਗਿਆ ਵੀ ਯਾਰ ਆਹ ਕੀ, ਇੰਨੇ ਬਿਨਾ ਇਹਨੇ ਮੰਨਣਾ ਨਹੀਂ ਸੀਗਾ ਅਸਲ ਦੇ ਵਿੱਚ। ਕਹੋ ਸਤਨਾਮ। ਇਹ ਇੰਨਾ ਇਹਨੂੰ ਤਜਰਬਾ ਦਿਖਾਏ ਬਿਨਾ ਇਹਨੇ ਗੱਲ ਨਹੀਂ ਸੀ ਮੰਨਣੀ ਗੁਰੂ ਦੀ। ਇਸ ਕਰਕੇ ਗੁਰੂ ਸਾਹਿਬ ਨੇ ਇਹਨੂੰ ਪ੍ਰਤੱਖ ਦੇ ਵਿੱਚ ਸੁਪਨੇ ਵਿੱਚ ਇਹ ਚੀਜ਼ਾਂ ਸਾਰੀਆਂ ਦਿਖਾਈਆਂ। ਇੰਨੇ ਜਨਮ ਇਹਦੇ ਸੁਪਨੇ ਵਿੱਚ ਕੱਟੇ ਨੇ। ਖੇਤ ਕਚਰ ਮੈਂ ਮਲ ਤਜਨਾ ਬੈਠੋ ਕਿਤ ਜਾਈ। ਔਰ ਫਿਰ ਤੜਕੇ ਉੱਠ ਕੇ ਆਪਾਂ ਬਾਹਰ ਜਾਂਦੇ ਹਾਂ, ਉਦੋਂ ਬਾਹਰ ਖੇਤਾਂ ਵੱਲ ਜਾਂਦੇ ਸੀਗੇ। ਔਰ ਜਦੋਂ ਬਾਹਰ ਜੰਗਲਾਂ ਵੱਲ ਗਿਆ, ਸੋਚਤ ਸੁਪਨੇ ਘਰ ਦੇ ਜਿੱਤੇ ਤਨ ਪਾਈ। ਬੈਠਾ ਬੈਠਾ ਬਾਹਰ ਬੈਠਾ ਹੈ, ਜੰਗਲ ਪਾਣੀ ਗਿਆ ਹੈ, ਬੈਠਾ ਬੈਠਾ ਰਾਤ ਵਾਲੇ ਸੁਪਨੇ ਨੂੰ ਯਾਦ ਕਰਨ ਲੱਗਿਆ। ਲੋ ਖਾਏ ਪੇਟ ਪਾਰ ਦਿਸ਼ਟਾ ਤਜ ਆਏ। ਹੋਰ ਸੁਪਨੇ ਵਿੱਚ ਖਾਦੇ ਹੋਏ ਪੀਲੋ ਮਲ ਵਿੱਚ ਆ ਗਏ ਹਨ। ਕਹੋ ਸਤਨਾਮ। ਖਾਦੇ ਤੇ ਸੁਪਨੇ ਵਿੱਚ, ਤੇ ਸੁਪਨੇ ਵਾਲਾ ਸਮਾਨ ਭਲਾ ਪੇਟ ਚੋਂ ਕਿੱਥੋਂ ਨਿਕਲ ਆਵੇਗਾ। ਕਹੋ ਸਤਨਾਮ। ਪਰ ਇਹਦੇ ਨਿਕਲ ਆਇਆ। ਹੈਰਾਨ ਹੋ ਗਿਆ ਵੇਖ ਕੇ ਵੀ ਹੈ ਆ ਪੀਲੋ ਤਾਂ ਰਾਤ ਮੈਂ ਸੁਪਨੇ 'ਚ ਖਾਦੇ ਸੀ ਔਰ ਮਲ ਵਿੱਚ ਆ ਗਏ ਹਨ। ਦੇਖ ਚਿੰਤਾ ਅਦਕ ਪੀ ਮਤ ਬਹੁ ਬਿਸਮਾਈ। ਹੈਰਾਨ ਹੋ ਗਿਆ ਆ ਕੀ, ਚਿੰਤਾ ਤੁਰ ਵੀ ਹੋਇਆ, ਹੈਰਾਨ ਵੀ ਹੋਇਆ। ਭਈ ਸੋਚ ਉੱਠ ਕੇ ਬਾਹਰ ਹਿਤ ਮੰਜਨ ਬੈਸੇ। ਉਥੋਂ ਉੱਠ ਕੇ ਆ ਗਿਆ, ਇਸ਼ਨਾਨ ਕੀਤਾ ਔਰ ਦਾਤਨ ਕਰਨ ਲੱਗਿਆ। ਕਰਨ ਲਗੇ ਔਰਤ ਧਾਵਨਾ ਚਿਤਵਤ ਹੈ ਤੈਸੇ। ਉਹ ਸੋਚੀ ਜਾਂਦਾ ਉਸੇ ਤਰ੍ਹਾਂ ਰਾਤ ਧਾਵਨਾ ਦਾਤਨ ਨੂੰ ਕਹਿੰਦੇ ਆ। ਅੱਜ ਕੱਲ ਤਾਂ ਬੁਰਸ਼ ਹੈ, ਪਹਿਲਾਂ ਦਾਤਨ ਹੁੰਦੀ ਸੀ। ਇਹ ਦਾਤਨ ਚੱਬੀ ਆ, ਦਾਤਨ ਚੱਬ ਕਰਕੇ ਉਹਨੂੰ ਦੰਦਾਂ ਤੇ ਫੇਰਨ ਲੱਗਿਆ ਹੈ ਜੀ। ਤਨ ਮੈਂ ਅਟਕ ਗਏ ਜੇ ਪੀਲੂ ਜੇ ਬੀਜਮ। ਔਰ ਜਿਹੜਾ ਜਾੜਾਂ ਵਿੱਚ ਕੋਈ ਦਾਣਾ ਫਸਿਆ ਸੀ, ਕਹਿੰਦੇ ਦਾਤਨ ਕਰਦੇ ਆ, ਉਹ ਬਾਹਰ ਕੁਰਲੀ 'ਚ ਨਿਕਲ ਆਇਆ। ਹੈਰਾਨ ਹੋ ਗਏ ਐ। ਸੇ ਦਾਤਨ ਕਰ ਚਿਤਾ ਚਿਤ ਕੌਤਕ ਬਿਤੀ ਜਮ। ਪੀਲੂਆਂ ਦੀ ਉਹ ਬਰੀਕ ਬੀਜ ਅਮਰੂਦਾਂ ਵਰਗੇ ਕਹਿੰਦੇ ਜਦੋਂ ਬਾਹਰ ਨਿਕਲੇ, ਇਹ ਬੜਾ ਹੈਰਾਨ ਹੋਇਆ ਹੈ ਜੀ। ਕਹਾ ਭਾਈ ਇਹ ਵਾਰਤਾ ਮੁਝ ਸੁਪਨਾ ਹੋਵਾ। ਯਾਰ ਸੀ ਤਾਂ ਇਹ ਸੁਪਨਾ, ਤੇ ਸੁਪਨੇ ਵਾਲੀ ਵਸਤੂ ਤਾਂ ਜਾਗਣ ਤੋਂ ਬਾਅਦ ਮਿਲਦੀ ਨਹੀਂ। ਤੇ ਇਹ ਪੀਲੂ ਮੈਂ ਸੁਪਨੇ ਵਿੱਚ ਖਾਦੇ ਆ, ਤੇ ਉਹਨਾਂ ਦੇ ਬੀਜ ਇਹ ਸੱਚੀ ਮੁੱਚੀ ਕਿੱਥੋਂ ਆ ਗਏ। ਧਾਰੈ ਸਾਚ ਹੀ ਜਨਮ ਕੈ ਬੜ ਸੰਕਟ ਜੋਵਾ। ਔਰ ਮੈਂ ਜਨਮ ਵੀ ਬਹੁਤ ਧਾਰੇ, ਜੰਮਿਆ ਵੀ ਮਰਿਆ ਵੀ, ਟੇਢੀਆਂ ਜੂਨਾਂ ਇਹਨੇ ਪ੍ਰਤੱਖ ਦੇ ਵਿੱਚ ਦੇਖੀਆਂ ਵੀ। ਇੱਕ ਕਾਗ ਭਟਸੁੰਡ ਰਿਸ਼ੀ ਹੋਇਆ, ਇਹ ਬ੍ਰਾਹਮਣ ਸੀਗਾ ਤੇ ਗੁਰੂ ਪਿਆਰੂ ਆਪਣੇ ਉਸਤਾਦ ਕੋਲੇ ਸਿੱਖਿਆ ਲੈਣ ਜਾਂਦਾ ਸੀ, ਪੜ੍ਹਨ ਵਾਸਤੇ ਜਾਂਦਾ ਸੀ। ਹੁਣ ਜਿਹੜਾ ਇਹਦਾ ਉਸਤਾਦ ਸੀ, ਗੁਰੂ ਸੀ, ਫਕੀਰ ਸੀ ਜਿਹੜਾ, ਉਹ ਇਸ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਚਾਹੁੰਦਾ ਸੀਗਾ। ਸਰਗੁਣ ਨਿਰਗੁਣ, ਉਹ ਨਿਰਗੁਣ ਦੀ ਕਥਾ ਸੁਣਾਉਂਦਾ ਸੀ ਇਹਨੂੰ, ਔਰ ਇਹ ਸ਼ਿਵ ਜੀ ਦੇ ਸਰੀਰ ਨਾਲ ਜੁੜਿਆ ਹੋਇਆ ਸੀ। ਕਹੋ ਸਤਨਾਮ। ਇਹ ਸ਼ਿਵ ਜੀ ਬਾਰੇ ਸਿੱਖਿਆ ਲੈਣੀ ਚਾਹੁੰਦਾ ਸੀ, ਇਹ ਸਰੀਰ ਨਾਲ ਜੁੜਿਆ ਸੀ। ਗੁਰੂ ਇਹਦਾ ਨਿਰਗੁਣ ਦੀ ਕਥਾ ਸੁਣਾਉਂਦਾ ਸੀਗਾ। ਇਹਨੇ ਬਾਰ-ਬਾਰ ਆਪਣੇ ਗੁਰੂ ਦੀ ਉਹ ਗੱਲ ਕੱਟ ਦੇਣੀ, ਪਰਮੇਸ਼ਰ ਦੀ ਕਥਾ ਵਾਲੀ, ਨਿਰਗੁਣ ਵਾਲੀ। ਜਦ ਇਹਨੇ ਕੱਟ ਦੇਣੀ ਤਾਂ ਗੁਰੂ ਪਿਆਰਿਓ ਫਿਰ ਕੀ ਹੋਇਆ, ਆਓ ਨਮਸਕਾਰ ਕਰ ਲਓ। ਜਿਸ ਵੇਲੇ ਗੁਰੂ ਪਿਆਰਿਓ ਇਸ ਨੇ ਗੱਲ ਕੱਟ ਦੇਣੀ ਕੀਤੀ ਤੇ ਇਹਦਾ ਗੁਰੂ ਕਹਿਣ ਲੱਗਿਆ, ਗੱਲ ਸੁਣ ਲਾ, ਧਿਆਨ ਦਿਓ ਇੱਧਰ। ਕਹਿੰਦੇ ਗੱਲ ਸੁਣ ਲਾ, ਮੈਂ ਤੈਨੂੰ ਬਾਰ-ਬਾਰ ਪਰਮੇਸ਼ਰ ਨਾਲ ਜੋੜਨਾ ਚਾਹੁੰਦਾ, ਫਿਰ ਤੂੰ ਮੂਰਤੀ ਪੂਜਾ ਵਿੱਚ ਚਲਿਆ ਜਾਣਾ, ਠਾਕਰਾਂ ਦੀ ਪੂਜਾ ਚਲਿਆ ਜਾਣਾ। ਮੈਂ ਤੈਨੂੰ ਪ੍ਰਭੂ ਨਾਲ ਜੋੜਨਾ ਚਾਹੁੰਦਾ। ਜਦੋਂ ਇਹ ਫੇਰ ਵੀ ਨਾ ਹਟਿਆ ਤੇ ਕੀ ਕਹਿਣ ਲੱਗਿਆ, ਜਾ ਯਾਰ ਐਵੇਂ ਕਾਂ ਵਾਂਗੂ ਕਾਂ ਕਰੀ ਜਾਂਦਾ, ਜਾ ਤੂੰ ਕਾਂ ਬਣੇਗਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਜਦ ਇਹ ਬਚਨ ਕਹਿ ਦਿੱਤਾ ਤੇ ਉਹ ਕਹਿਣ ਲੱਗਿਆ, ਮਹਾਰਾਜ ਤੁਹਾਡੇ ਤਾਂ ਬਚਨ ਸੱਤ ਹੁੰਦੇ ਐ, ਤੁਸੀਂ ਮੈਨੂੰ ਕਾਂ ਦੀ ਜੂਨ ਵਿੱਚ ਕਹਿ ਦਿੱਤਾ, ਹੁਣ ਮੇਰਾ ਕੀ ਬਣੂਗਾ। ਕਹਿੰਦੇ ਬਸ ਤੂੰ ਕਾਂ ਦੀ ਜੂਨ ਭੋਗੇਂਗਾ। ਕਹਿੰਦੇ ਚੱਲ ਠੀਕ ਹੈ, ਪਰ ਮੈਨੂੰ ਤੂੰ ਇੱਕ
ਧਿਆਨ ਦਿਓ। ਮੈਨੂੰ ਤੂੰ ਇੱਕ ਹੋਰ ਬਚਨ ਕਰ ਦੇ ਕਿ ਮੈਂ ਜਿਹੜੀ ਵੀ ਜੂਨ ਵਿੱਚੋਂ ਲੰਘਾਂ ਮੈਨੂੰ ਉਹ ਜੂਨ ਬਾਰੇ ਜਾਣਕਾਰੀ ਹੋਵੇ। ਕਹਿੰਦਾ ਤੈਨੂੰ ਇਹ ਵੀ ਦਿੱਤਾ ਬਚਨ, ਔਰ ਜਦੋਂ ਤੂੰ ਚਾਹੇਗਾ ਕਾਗ ਦੀ ਜੂਨ ਵਿੱਚੋਂ ਨਿਕਲੇਗਾ, ਜੇ ਤੈਨੂੰ ਚੰਗੀ ਲੱਗੀ ਤਾਂ ਬੈਠਾ ਰਹੀਂ। ਕਹੋ ਸਤਨਾਮ। ਉਹ ਫਿਰ ਕਾਗ ਪਸੁੰਡ ਬਣਿਆ ਜਿਹੜਾ ਬਾਬੇ ਨਾਨਕ ਨੂੰ ਮਿਲਿਆ ਪਹਾੜੀ ਇਲਾਕੇ ਤੇ। ਧਿਆਨ ਦਿਓ, ਉਹ ਕਾਗ ਪਸੁੰਡ ਬਣਿਆ। ਉਸੇ ਤਰ੍ਹਾਂ ਹੀ ਪਾਤਸ਼ਾਹ ਜੀ ਨੇ ਇਸ ਦੀ ਜਿਹੜੀ ਸੀਗੀ ਉਹ 84 ਲੱਖ ਜੂਨ ਕੱਟੀ ਆ। ਔਰ ਜਦੋਂ ਦੰਦਾਂ ਵਿੱਚੋਂ ਵੀ ਬੀਜ ਨਿਕਲ ਆਏ, ਹੈਰਾਨ ਹੋਇਆ ਕੀ ਹੋਇਆ ਫਿਰ ਅੱਗੇ। ਜਾਨੀ ਜਾਏ ਨਾ ਕਹਾ ਗਤ ਨਿਸਮਹਿ ਮਮ ਹੋਈ। ਇਹ ਪਤਾ ਨਹੀਂ ਯਾਰ, ਰਾਤ ਐਸਾ ਸੁਪਨਾ ਵੀ ਆਇਆ, ਰਾਤ ਨੂੰ ਮੇਰੀ ਐਸੀ ਗਤੀ ਭਾਵ ਐਸੀ ਗੱਲ ਮੇਰੇ ਨਾਲ ਕਿਉਂ ਹੋਈ। ਪਹਿਰ ਬਸਰ ਕਰ ਟੇਕਾ ਚਲਿਓ ਚਿਤਵੈ ਮਨ ਸੋਈ। ਔਰ ਤੜਕੇ ਫਿਰ ਤਿਆਰ ਪਰ ਤਿਆਰ ਹੋ ਕੇ ਨਹਾ ਧੋ ਕੇ ਨਵੇਂ ਵਸਤਰ ਪਹਿਨੇ ਤੇ ਪਾਤਸ਼ਾਹ ਕੋਲ ਆ ਗਿਆ। ਪਾਦਾ ਅਰ ਬੰਦਨ ਬੰਦਨਾ ਕਰ ਥਰਿਓ ਅਗਾਰੀ। ਨਮਸਕਾਰ ਕਰਕੇ ਮੱਥਾ ਟੇਕ ਕੇ ਕੋਲ ਬੈਠ ਗਿਆ ਜੀ। ਚਿੰਤਾ ਮਜ਼ਾਰੀ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿਵੇਂ ਸ਼ਮੀਰ ਕੋਈ ਚਿੰਤਾ 'ਚ ਲੱਗਦਾ ਹੈ। ਨਾ ਸੋਚੋ ਆਨੰਦ ਕਰਿਓ ਹੋਇਓ ਪਲ ਧੀਰਾ। ਔਰ ਕੀ ਗੱਲ ਹੈ, ਤੇਰਾ ਮੱਥਾ ਦੱਸਦਾ ਹੈ ਕਿ ਤੇਰੇ ਅੰਦਰ ਕੋਈ ਸੁੱਖ ਨਹੀਂ ਹੈ, ਕੋਈ ਚਿੰਤਾ ਹੈ। ਏਕ ਨਿਸਾ ਮੈਂ ਨਿਬਰਗਾ ਤਵ ਲੇਖ ਕਨੇਰਾ। ਰਾਤੋਂ ਰਾਤ ਤੇਰੇ ਸਾਰੇ ਜਨਮ ਕੱਟੇ ਗਏ ਕਿ ਨਹੀਂ ਕੱਟੇ ਗਏ। ਸੋਨਾ ਤਾਨ ਮਰ ਹੋਏ ਮੋਹਰ ਮੋਹ ਪਗ ਨਮੋ ਕਰੰਤਾ। ਹੁਣ ਜੇ ਤਾਂ ਇਹ ਦੱਸਦਾ ਸ਼ਾਇਦ ਫੇਰ ਵੀ ਕੋਈ ਗੱਲ ਅੰਤਰਜਾਮਤਾ ਨਾ ਸਮਝਦਾ ਗੁਰੂ ਸਾਹਿਬ ਦੀ। ਗੁਰੂ ਸਾਹਿਬ ਕਹਿੰਦੇ ਕਿਉਂ ਹੋ ਗਿਆ, ਨਿਬੜ ਗਿਆ ਕੰਮ ਤੇਰਾ। ਜਿੰਨੇ ਤੂੰ ਜਨਮ ਲੈਣੇ ਸੀ ਰਾਤ ਸਾਰੇ ਕੱਟੇ ਗਏ। ਪ੍ਰਭ ਜੀ ਭੇਵ ਬਤਾਏ ਮੋ ਚਿੰਤ ਅਨੰਤਾ। ਪੈਰੀ ਪੈ ਗਿਆ, ਮਹਾਰਾਜ ਮੈਨੂੰ ਇਹ ਗੱਲ ਪੂਰੀ ਸਮਝਾਓ, ਮੈਨੂੰ ਰਾਤ ਦੀ ਬੜੀ ਚਿੰਤਾ ਲੱਗੀ ਹੈ। ਸਪਨਾ ਹੋਇਓ ਸਾਚ ਕਾ ਦੋਨੋਂ ਵਿਦ ਜਾਨੀ। ਮੈਨੂੰ ਸਮਝ ਨਹੀਂ ਆਉਂਦੀ ਹੈ ਮੇਰੇ ਨਾਲ ਸੱਚੀ ਗੱਲ ਬੀਤੀ ਹੈ ਜਾਂ ਸੁਪਨਾ ਦੇਖਿਆ ਹੈ। ਫਾਲਾ ਵੀ ਲੂੰਗੋ ਕੋ ਸਮੋ ਨੈ ਨਿਸਮਹਿ ਕੇ ਆਖਾਨੀ। ਮੈਂ ਰਾਤ ਨੂੰ ਸੁਪਨੇ ਵਿੱਚ ਪੀਲੂ ਦੇ ਫਲ ਖਾਦੇ, ਬੜੀ ਗਰੀਬੀ ਦੇ ਵਿੱਚ, ਕੰਗਾਲੀ ਦੇ ਵਿੱਚ। ਜਾ ਕੇ ਮਲ ਪੀ ਲੂਨ ਕੇ ਅਰ ਬੀਜ ਜੋ ਦੰਤੰ। ਜਦ ਦੂਜੇ ਦਿਨ ਮੈਂ ਮਲ ਤਿਆਗਣ ਗਿਆ, ਜੰਗਲ ਪਾਣੀ ਗਿਆ ਤੇ ਉਹ ਰਾਤ ਨੂੰ ਖਾਦੇ ਹੋਏ ਪੀਲੂ ਪੇਟ ਚੋਂ ਮਲ ਵਿੱਚ ਆ ਗਏ। ਤੇ ਜਦੋਂ ਮੈਂ ਦਾਤਨ ਕੀਤੀ ਨੇਕੇ ਮੈਂ ਹੈ ਦੇਖਣ ਕਰਿਓ ਬਿਸਮੋਇਓ ਚਿੰਤ ਚਿੰਤ। ਮੂੰਹ ਦੇ ਵਿੱਚੋਂ ਪੀਲੂਆਂ ਦੇ ਬੀਜ ਨਿਕਲ ਆਏ। ਸ੍ਰੀ ਮੁਖ ਤੇ ਭਾਖਿਓ ਤਾਵਾ ਤਵ ਜਨਮ ਕਨੇਰੇ। ਬਸ ਇਹੀ ਤੈਨੂੰ ਮੈਂ ਦੇਖਦਾ ਸੀਗਾ ਕਿ ਤੇਰੇ ਜਨਮ ਕਿਵੇਂ ਕੱਟਾਂ, ਤੂੰ ਤਾਂ ਬੜੇ ਜਨਮ ਲੈਣੇ ਸੀ। ਸੁਪਨੇ ਵਿਖੇ ਭਗਾਏ ਦੇ ਸਤ ਪਾ ਇਸ ਮੇਰੇ। ਤੂੰ ਬਾਰ-ਬਾਰ ਮੁਕਤੀ ਦੀ ਗੱਲ ਕਰਦਾ ਸੀ, ਜੇ ਕੋਈ ਸੰਸਾਰੀ ਸਮਾਨ ਮੰਗਦਾ ਦੇ ਕੇ ਪਰੇ ਕੰਮ ਨਿਬੇੜ ਦਿੰਦੇ, ਪਰ ਇਹ ਬਾਰ-ਬਾਰ ਕਹਿੰਦਾ ਮੁਕਤੀ ਕਰੋ। ਤੇ ਸਾਡਾ ਗੁਰੂ ਇਹੋ ਜਿਹਾ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇ, ਫਿਰ ਕੀ ਨਾ ਦਿੰਦਾ ਫਿਰ ਇਹ ਗੱਲ ਝੂਠੀ ਹੋ ਜਾਂਦੀ। ਇਸ ਕਰਕੇ ਉਹ ਬਾਰ-ਬਾਰ ਮੁਕਤੀ ਮੰਗਦਾ ਸੀਗਾ। ਤੇ ਪਾਤਸ਼ਾਹ ਨੇ ਫਿਰ ਇੱਕ ਦਿਨ ਇਹ ਵਿਉਂਤ ਬਣਾਈ ਹੈ। ਹਮ ਤੇ ਜਾਤ ਨਿਤ ਹੋਇਓ ਨਹਿ ਪਰਿਓ 84। ਉਹ ਤੂੰ ਰੋਜ਼ ਸਾਥੋਂ ਮੰਗਦਾ ਸੀ ਜੀ ਮੇਰੀ 84 ਕੱਟ ਦਿਓ, ਮੈਂ ਹੁਣ 84 ਵਿੱਚ ਨਾ ਜਾਵਾਂ। ਸੋਨੇ ਚਾਂਦੋ ਕੋ ਦਿਓ ਕਟਕੀ ਜਮ ਫਾਸੀ। ਤੇਰੀ ਜਮਾਂ ਦੀਆਂ ਫਾਂਸੀਆਂ 84 ਲੱਖ ਜੋਨਾਂ, ਟੇਢੀਆਂ ਜੋਨਾਂ, ਕਾਵਾਂ ਕੁੱਤੀਆਂ ਬਿੱਲੀਆਂ ਦੀਆਂ, ਉਹ ਸਭ ਕੱਟੀਆਂ। ਰਾਤ ਸੁਪਨੇ ਵਿੱਚ ਕਹਿੰਦਾ ਜੀ ਬਿਲਕੁਲ ਕੱਟੀਆਂ, ਮੈਂ ਅੱਖੀਂ ਦੇਖਿਆ ਸੁਪਨੇ ਵਿੱਚ, ਜੰਮਦਾ ਮਰਦਾ ਜੰਮਦਾ ਮਰਦਾ। ਦੁਰਲਭ ਜੋਗਨ ਕੋ ਸੋ ਪ੍ਰਾਪਤ ਹੋਵੇ। ਜਿਹੜੀ ਦੁਰਲਭ ਦਾਤ ਜੋਗੀਆਂ ਰਿਸ਼ੀਆਂ ਮੁਨੀਆਂ ਨੂੰ ਪ੍ਰਾਪਤ ਨਹੀਂ ਹੁੰਦੀ, ਮਸਾ ਹੁੰਦੀ ਹੈ। ਜਲਦੀ ਉਤਰਾਏ ਕਰਨਾ ਸੰਕਟ ਜੋਵੇ। ਸਤਿਗੁਰ ਨੇ ਸੁਪਨੇ ਵਿੱਚ ਭਵ ਸਾਗਰ ਤੋਂ ਪਾਰ ਕਰ ਦਿੱਤਾ। ਸਾਰੇ ਸੰਕਟ ਆਉਣ ਵਾਲੇ ਰਾਤ ਦੇ 12 ਘੰਟਿਆਂ 'ਚ ਹੀ ਕੱਟ ਦਿੱਤੇ। ਉਸ ਵੇਲੇ ਸਤਿਗੁਰਾਂ ਕੋਲੇ ਇੱਕ ਦਿਆਲਪੁਰੇ ਦਾ ਇੱਕ ਤਰਖਾਣ ਬੈਠਾ ਸੀ। ਉਹਨੇ ਹੱਥ ਬੰਨ ਕੇ ਮੱਥਾ ਟੇਕਿਆ। ਮਹਾਰਾਜੇ ਦੇ ਨਾਲ ਮੈਨੂੰ ਵੀ ਤਾਰ ਦਿਓ, ਸਹੀ ਪਿਆਰੀਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ। ਉਹ ਤਰਖਾਣ ਕਹਿੰਦਾ ਜੀ ਜਿਵੇਂ ਇਹਨੂੰ ਤਾਰਿਆ ਇਹਦੇ ਨਾਲ ਮੈਨੂੰ ਵੀ ਤਾਰ ਦਿਓ। ਫਿਰ ਜਿਵੇਂ ਇਸ ਨੂੰ ਬਖਸ਼ਿਆ ਮੈਨੂੰ ਵੀ ਐਸੀ ਬਖਸ਼ਿਸ਼ ਕਰ ਦਿਓ। ਇਹ ਦਿਆਲ ਦਾਸ ਵੀ ਬਹੁਤ ਪਾਤਸ਼ਾਹ ਦੇ ਕੋਲ ਰਹਿੰਦਾ ਸੀ। ਇਹ ਭਾਈ ਰੂਪੇ ਵਾਲਿਆਂ 'ਚ ਸੀਗਾ।
ਤਾਂ ਦਿਆਲ ਦਾਸ ਨੇ ਜਦ ਇਹ ਬੇਨਤੀ ਕੀਤੀ ਪਾਤਸ਼ਾਹ ਖੁਸ਼ ਹੋਏ। ਪਰਮੇ ਕਰਨਾ ਕਰੀ ਬਾਖਿਆ ਤਿਸ ਬੀਰਾ ਉਹਦੇ ਉੱਤੇ ਵੀ ਦਇਆ ਦ੍ਰਿਸ਼ਟੀ ਕੀਤੀ, ਕਹਿੰਦੇ ਠੀਕ ਹੈ ਦਿਆਲ ਦਾਸ, ਸੋਪੇ ਸੰਗ ਸਮੀਰ ਕੇ ਤਿਆਗਹਿ ਨਿਜ ਪ੍ਰਾਨਾ। ਤੁਸੀਂ ਇਕੱਠੇ ਸਰੀਰ ਛੱਡੋਗੇ, ਤੂੰ ਕਿਹਾ ਨਾ ਇਹਦੇ ਨਾਲ ਬਖਸ਼ ਦਿਓ, ਜਾਂ ਫਿਰ ਤੁਸੀਂ ਦੋਨੇ ਇਕੱਠੇ ਸਰੀਰ ਛੱਡੋਗੇ। ਨਿਕਟ ਹਮਾਰੇ ਪਹੁੰਚ ਕੈ ਕਰ ਬੰਧਨ ਹਾਨਾ। ਤੁਸੀਂ ਦੋਨੇ ਰੂਹਾਂ ਮੇਰੇ ਨਾਲ ਰਹੋਗੇ। ਜਿਵੇਂ ਸ਼ਹੀਦ ਪਿੱਛੇ ਕੱਲ ਆਪਾਂ ਪੜ੍ਹੇ ਨਾ ਵੀ 5-5 ਹਜ਼ਾਰ ਇੱਕ ਸ਼ਹੀਦ ਨੇ ਧਰਮ ਸਿੰਘ ਨੂੰ ਦਰਸ਼ਨ ਦਿੱਤੇ, ਦੱਸਿਆ ਕਿ ਅਸੀਂ 5-5 ਹਜ਼ਾਰ ਵਾਰੀ ਨਾਲ ਗੁਰੂ ਸਾਹਿਬ ਦਾ ਪਹਿਰਾ ਦਿੰਨੇ ਆ। ਮੇਰੇ ਵਰਗੇ ਲੱਖਾਂ ਹੀ ਤੁਰੇ ਫਿਰਦੇ ਆ, ਇਹ ਤੈਨੂੰ ਤਾਂ ਦਰਸ਼ਨ ਦੇਤੇ ਬਈ ਤੂੰ ਭਾਈ ਰੂਪੇ ਕਿਆਂ ਚੋਂ ਹੈ। ਕਹੋ ਸਤਨਾਮ। ਗੁਰੂ ਸਾਹਿਬ ਦੀ ਸੇਵਾ ਕੀਤੀ ਹੈ ਤੁਹਾਡੇ ਬੁੜਿਆਂ ਨੇ, ਤਾਂ ਤੈਨੂੰ ਖੁਸ਼ੀ ਜਾ ਕੇ ਦੱਸਿਆ। ਤੇਰੀ ਸ਼ੰਕਾ ਨਿਵਰਤ ਕਰਨੀ ਸੀ, ਤੂੰ ਗੁਰੂ ਸਾਹਿਬ ਤੇ ਤਰਕ ਕਰੀ ਜਾਂਦਾ ਸੀਗਾ ਵੀ ਜੇ ਗੁਰੂ ਸਾਹਿਬ ਇੰਨਾ ਤਕੜਾ ਹੈ ਤੇ ਆਪਦਾ ਪਰਿਵਾਰ ਕਿਉਂ ਨਹੀਂ ਬਚਾਇਆ, ਬੱਚੇ ਕਿਉਂ ਨਹੀਂ ਬਚਾਏ। ਇਹ ਗੁਰੂ ਦੀ ਮੌਜ ਹੈ। ਸਤਿਗੁਰ ਨੇ ਦੋਨਾਂ ਤੇ ਕਿਰਪਾ ਕੀਤੀ, ਦੋਨੇ ਪੈਰੀ ਪੈ ਗਏ। ਸ਼੍ਰੀ ਸਤਿਗੁਰੂ ਦੁਖਦਾਲਦ ਪੰਜਮ। ਧੰਨੋ ਧੰਨੋ ਸਤਿਗੁਰੂ, ਵਾਕਿਆ ਹੀ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਦੁੱਖ ਦਲਿਦਰਾਂ ਨੂੰ ਭੰਨਣ ਵਾਲਿਓ, ਪਲਤ ਪਲਤ ਇੱਕ ਛਿਣ ਵੇਖੇ ਜਨ ਕੀਰ ਸੁਧਾਰਾ। ਇੱਕ ਛਿਣ ਵਿੱਚ ਜੀਵ ਦਾ, ਸਿੱਖ ਦਾ ਲੋਕ ਤੇ ਪਰਲੋਕ ਸੁਹੇਲਾ ਕਰ ਦਿੰਦੇ ਹੋ। ਸਗਲ ਜਗਤ ਹੈ ਮੰਗਤਾ ਤੁਮ ਏਕ ਦਤਾਰੋ। ਹਾਂ, ਹਮ ਭੀਖ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੂੰ ਦਾਤਾ ਹੈ, ਇਹ ਸਾਰੀ ਦੁਨੀਆ ਤੇਰੇ ਦਰ ਦੀ ਮੰਗਤੀ ਹੈ। ਦੋਹਰਾ ਬਿਗਤ ਪਾਏ ਸ਼੍ਰੀ ਸਤਿਗੁਰੂ ਵਸ ਕੀਨੇ ਕੇ ਗ੍ਰਾਮ। ਹਿੰਦੋ ਤਰਕ ਬਖਾਨ ਤੇ ਲੈ ਲੈ ਕਰ ਪ੍ਰਭ ਨਾਮ। ਇਹੋ ਸਤਿਗੁਰੂ ਜੀ ਦੇ ਬਾਰੇ ਦੁਨੀਆ ਵਿੱਚ ਗੱਲ ਪ੍ਰਗਟ ਹੋ ਗਈ। ਗੁਰੂ ਗੋਬਿੰਦ ਸਿੰਘ ਜੀ ਦੀਨੇ ਬੈਠੇ ਆ, ਫਿਰ ਤਾਂ ਸਾਰੇ ਲੋਕ ਉੱਥੇ ਆਉਂਦੇ ਆ, ਗੁਰੂ ਸਾਹਿਬ ਤੋਂ ਬਖਸ਼ਾਂ ਲੈਂਦੇ ਆ। ਗੁਰੂ ਸਾਹਿਬ ਸਭ ਨੂੰ ਨਾਮ ਦੀ ਦਾਤ ਦਿੰਦੇ ਆ, ਲੈ ਲੈ ਕੇ ਨਾਮ ਸਾਰੇ ਲੋਕ ਜਪਦੇ ਆ। ਇੱਥੇ ਪਾਤਸ਼ਾਹ ਕਾਫੀ ਸਮਾਂ ਰਹੇ ਆ। ਅੱਗੇ ਕੀ ਹੋਇਆ ਇਹ ਵਿਚਾਰਾਂ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश। हे पूरन हे सर्व मैं पंजन गुणदास। हे संगी हे निरंकार निर्गुण सब टेका। हे गोविंद हे गुण निधान सदा भवेका। हे अपरंपर हर हरे हे संत कै सदा संग। हे ठाकुर हो दासरो निर्गुण गुण नहीं कोई। नानक दीजै नाम दान आए प्रभ शरणागति। दयाला एक अखर हर मन बसत नानक होत निहाल। एक ओंकार सतगुरु प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा वाहिगुरु जी की फतेह।